Hello everyone, welcome to Victor's Knowledge. This is Chinu Sharma and today we are going to discuss the free mock test for the exam of नायब तहसीलदार. So basically मैं कल Telegram group ਦੇ ਵਿੱਚ proper नायब तहसीलदार exam जो होਣ ਜਾ ਰਿਹਾ ਹੈ 22 ਮਈ ਨੂੰ ਉਸ exam ਦੇ ਪੈਟਰਨ ਉੱਤੇ syllabus ਦੇ according ਇੱਕ free mock test share ਕੀਤਾ ਸੀ. So ਅੱਜ ਉਸ mock test ਤੇ ਆਪਾਂ solutions ਦੇਖਾਂਗੇ. So now let's get started with our today's lecture. ਸੋ ਜਦੋਂ ਵੀ ਕੋਈ ਪੀਪੀਐਸਸੀ ਐਗਜ਼ਾਮ ਕੰਡਕਟ ਕਰਦੀ ਹੈ ਤਾਂ ਉਹਦੇ ਵਿੱਚ ਬਹੁਤ ਵਾਰੀ ਦੇਖਣ ਨੂੰ ਮਿਲਿਆ ਹੈ ਕਿ ਜ਼ਿਆਦਾਤਰ ਸਟੇਟਮੈਂਟ ਬੇਸਡ ਕੁਐਸਚਨ ਆਉਂਦੇ ਨੇ ਤੇ ਨਾਲ ਹੀ ਜਦੋਂ ਕੋਈ ਆਫੀਸਰ ਰੈਂਕ ਦਾ ਐਗਜ਼ਾਮ ਹੁੰਦਾ ਹੈ ਪੀਪੀਐਸਸੀ ਦੇ ਦੁਆਰਾ ਤਾਂ ਉਹਦਾ ਜਿਹੜਾ ਲੈਵਲ ਹੁੰਦਾ ਹੈ ਉਹ ਪੀਸੀਐਸ ਐਗਜ਼ਾਮ ਜਿਹੜਾ ਸਿਵਲ ਸਰਵਿਸਿਜ਼ ਦਾ ਐਗਜ਼ਾਮ ਹੁੰਦਾ ਹੈ ਉਹਦੇ ਲੈਵਲ ਦਾ ਹੀ ਹੁੰਦਾ ਲਗਭਗ ਸੋ ਆਪਾਂ ਨੇ ਜਦੋਂ ਵੀ ਕਿਸੇ ਇਸ ਤਰ੍ਹਾਂ ਦੇ ਐਗਜ਼ਾਮ ਦੀ ਤਿਆਰੀ ਕਰਨੀ ਹੈ ਤਾਂ ਆਪਣੇ ਆਪ ਨੂੰ ਜੋ ਤੁਸੀਂ ਪ੍ਰੈਕਟਿਸ ਕਰਨੀ ਹੈ ਤਾਂ ਜ਼ਿਆਦਾ ਤੋਂ ਜ਼ਿਆਦਾ ਪ੍ਰਿਪੇਅਰ ਕਰਕੇ ਰੱਖਣਾ ਹੈ ਸਟੇਟਮੈਂਟ ਬੇਸਡ ਕੁਐਸਚਨਸ ਦੇ ਨਾਲ ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਫਰਸਟ ਕੁਐਸਚਨ ਦੇ ਨਾਲ ਕੰਸੀਡਰ ਦ ਫੋਲੋਇੰਗ ਸਟੇਟਮੈਂਟ ਰਿਗਾਰਡਿੰਗ ਇੰਟਰਗਵਰਨਮੈਂਟਲ ਪੈਨਲ ਔਨ ਕਲਾਈਮੇਟ ਚੇਂਜ ਸੋ IPCC ਇਹਦੇ ਬਾਰੇ ਕਿਸੇ ਨਾ ਕਿਸੇ ਫਾਰਮ ਵਿੱਚ ਤੁਸੀਂ ਹਰ ਐਗਜ਼ਾਮ ਜ਼ਰੂਰ ਕੁਐਸਚਨ ਐਕਸਪੈਕਟ ਕਰ ਸਕਦੇ ਹੋ ਸੋ IPCC ਨੂੰ ਲੈ ਕੇ ਦੋ ਸਟੇਟਮੈਂਟਸ ਨੇ ਆਪਾਂ ਨੇ ਦੱਸਣਾ ਜਦੋਂ ਵੀ ਤੁਸੀਂ ਕੁਐਸਚਨ ਨੂੰ ਅਟੈਂਪਟ ਕਰਨਾ ਹੈ ਇਹ ਚੀਜ਼ ਜ਼ਰੂਰ ਦੇਖਣੀ ਹੈ ਜਲਦੀ ਵਿੱਚ ਤੁਸੀਂ ਕੁਐਸਚਨ ਨੂੰ ਗਲਤ ਨਹੀਂ ਪੜ੍ਹ ਸਕਦੇ ਉਰੇ ਹੁਣ ਪੁੱਛਿਆ ਹੋਇਆ ਇਨਕਰੈਕਟ ਬਹੁਤ ਵਾਰੀ ਆਮ ਤੌਰ ਤੇ ਕਰੈਕਟ ਪੁੱਛਿਆ ਹੁੰਦਾ ਹੈ ਸੋ ਉਰੇ ਆਪਾਂ ਨੂੰ ਇਨਕਰੈਕਟ ਪੁੱਛਿਆ ਹੋਇਆ ਮਤਲਬ ਕਿ IPCC ਬਾਰੇ ਇਹਨਾਂ ਦੋਨਾਂ ਚੋਂ ਕਿਹੜੀ ਸਟੇਟਮੈਂਟ ਗਲਤ ਹੈ ਸੋ ਜਿਹੜੀ ਸਟੇਟਮੈਂਟ ਗਲਤ ਹੈ ਉਹ ਹੈ ਸਿਰਫ ਫਰਸਟ ਦੂਜੀ ਸਟੇਟਮੈਂਟ ਕਹਿ ਰਹੀ ਹੈ ਕਿ IPCC ਜਿਹੜੀਆਂ ਰਿਪੋਰਟਸ ਨੇ ਇਹਨਾਂ ਦੇ ਨਾਲ ਆਪਾਂ ਨੂੰ ਜਾਣਕਾਰੀ ਮਿਲਦੀ ਹੈ ਇਹ ਮੇਨ ਇਨਪੁਟ ਹੁੰਦਾ ਹੈ ਕਿਸੇ ਵੀ ਤਰ੍ਹਾਂ ਦੀ ਇੰਟਰਨੈਸ਼ਨਲ ਕਲਾਈਮੇਟ ਚੇਂਜ ਨੈਗੋਸੀਏਸ਼ਨ ਬਾਰੇ ਅਗਰੀਮੈਂਟ ਬਾਰੇ ਸੋ ਪਹਿਲੀ ਸਟੇਟਮੈਂਟ ਕਿਉਂ ਗਲਤ ਹੈ ਉਰੇ ਲਿਖਿਆ ਜਾ ਰਿਹਾ ਹੈ IPCC ਜੁਆਇੰਟ ਇਨੀਸ਼ੀਏਟਿਵ ਹੈ ਵਰਲਡ ਮੈਟੀਰੀਓਲੋਜੀਕਲ ਆਰਗੇਨਾਈਜੇਸ਼ਨ ਤੇ ਨਾਲ ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ ਸੋ ਉਰੇ ਇਹ UNDP ਗਲਤ ਹੈ ਇਹਦੀ ਜਗ੍ਹਾ ਤੇ ਆਊਗਾ ਯੂਨਾਈਟਿਡ ਨੇਸ਼ਨ এনवायरमेंट ਪ੍ਰੋਗਰਾਮ ਸੋ UNEP ਤੇ ਨਾਲ WMO ਇਹਨਾਂ ਦੋਨਾਂ ਦਾ ਜੁਆਇੰਟ ਇਨੀਸ਼ੀਏਟਿਵ ਹੈ IPCC ਸੋ ਇਸ ਕੁਐਸਚਨ ਦਾ ਸਹੀ ਉੱਤਰ ਹੈ ਆਪਸ਼ਨ A 1 ਓਨਲੀ ਸੋ ਨੈਕਸਟ ਸਟੇਟਮੈਂਟ ਹੈ ਨੈਚੁਰਲ ਗੈਸ ਬਾਰੇ ਸੋ ਇਹ ਵੀ ਸੇਮ ਆਪਾਂ ਨੇ ਇਨਕਰੈਕਟ ਦੱਸਣਾ ਹੈ ਨੈਚੁਰਲ ਗੈਸ ਬਾਰੇ ਇਹਨਾਂ ਦੋਨਾਂ ਵਿੱਚੋਂ ਕਿਹੜੀ ਸਟੇਟਮੈਂਟ ਗਲਤ ਹੈ ਸੋ that is again 1 only second statement ਸਹੀ ਹੈ second statement ਕਹਿ ਰਹੀ ਹੈ ਕਿ ਨੈਚੁਰਲ ਗੈਸ ਮਿਲਦੀ ਹੈ ਬਹੁਤ ਹੀ ਡੀਪ ਅੰਡਰਗਰਾਉਂਡ ਰੌਕ ਫਾਰਮੇਸ਼ਨ ਵਿੱਚ ਜਾਂ ਫਿਰ ਇਹ ਜਿਹੜੇ ਕੋਲ ਬੈਡਸ ਦੇ ਵਿੱਚ ਹਾਈਡਰੋਕਾਰਬਨ ਰਿਜ਼ਰਵੇਅਰ ਹੁੰਦੇ ਨੇ ਉਹਨਾਂ ਦੇ ਨਾਲ ਐਸੋਸੀਏਟਡ ਹੈ ਪਹਿਲੀ ਸਟੇਟਮੈਂਟ ਗਲਤ ਹੈ ਕਿਉਂਕਿ ਜਿਹੜੀ ਨੈਚੁਰਲ ਗੈਸ ਹੈ ਉਹ 70 ਤੋਂ 90% ਬਣੀ ਹੁੰਦੀ ਹੈ ਮਿਥੇਨ ਦੀ ਸੋ ਇਹ ਵੈਸੇ ਅਲੱਗ ਤੋਂ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਮੇਜਰ ਕਿਸ ਚੀਜ਼ ਦੀ ਬਣੀ ਹੁੰਦੀ ਹੈ ਉਹ ਹੈ ਮਿਥੇਨ ਤੇ ਨਾਲ ਇਹਦੇ ਨਾਲ ਜਿਹੜੀਆਂ ਹੋਰ ਮਿਲਦੀਆਂ ਨੇ ਉਹਨੇ ਇਥੇਨ ਬੁਟੇਨ ਪ੍ਰੋਪੇਨ ਸੋ ਇਸੇ ਲਈ ਇਹ ਜਿਹੜੀ ਪਹਿਲੀ ਸਟੇਟਮੈਂਟ ਕਹਿ ਰਹੀ ਹੈ ਕਿ ਇਹ ਪ੍ਰਾਇਮਰੀਲੀ ਨਾਈਟ੍ਰੋਜਨ ਦੀ ਬਣੀ ਹੁੰਦੀ ਹੈ ਇਹ ਗਲਤ ਹੋ ਜਾਂਦੀ ਹੈ ਤੇ ਇਸ ਕੁਐਸਚਨ ਦਾ ਸਹੀ ਉੱਤਰ ਹੈ A1 ਓਨਲੀ ਨੈਕਸਟ ਇੰਡੀਅਨ ਜੀਓਗ੍ਰਾਫੀ ਦਾ ਕੁਐਸਚਨ ਹੈ ਜਦੋਂ ਤੁਸੀਂ ਇੰਡੀਅਨ ਜੀਓਗ੍ਰਾਫੀ ਤਿਆਰ ਕਰਕੇ ਜਾਣੀ ਹੈ ਤੁਸੀਂ ਉਹਦੇ ਉੱਤੇ ਤੁਹਾਨੂੰ ਬਹੁਤ ਡੀਪ ਜਾਣ ਦੀ ਜ਼ਰੂਰਤ ਨਹੀਂ ਹੈ ਪੰਜਾਬ ਲੈਵਲ ਦੇ ਐਗਜ਼ਾਮਸ ਦੇ ਲਈ ਸਪੈਸ਼ਲੀ ਜਿਹੜੇ ਐਗਜ਼ਾਮ PPSC ਕੰਡਕਟ ਕਰਦੀ ਹੈ ਤੁਸੀਂ ਇੱਕ NCERT ਬੇਸ ਸਟੈਟਿਕ ਕੁਐਸਚਨ ਕਿਵੇਂ ਦੇ ਬਣ ਸਕਦੇ ਨੇ ਉਹਨਾਂ ਉੱਤੇ ਫੋਕਸ ਕਰਨਾ ਹੈ ਸੋ ਉਹਦੇ ਵਿੱਚ ਮੇਨ ਆਉਂਦੀਆਂ ਨੇ 골ਡ ਮਾਈਨਸ ਹੋ ਗਿਆ ਡਾਇਮੰਡ ਦੀ ਜ਼ਿਆਦਾ ਕਿੱਥੇ ਹੈ ਕੋਲ ਕਿੱਥੇ ਹੈ ਸੋ ਇਸ ਤਰ੍ਹਾਂ ਦੇ ਜਿਹੜੇ NCERT ਬੇਸਡ ਕੁਐਸਚਨ ਬਣਦੇ ਨੇ ਇਹਨਾਂ ਉੱਤੇ ਤੁਸੀਂ ਜ਼ਿਆਦਾ ਫੋਕਸ ਕਰਨਾ ਹੈ ਸੋ ਤੀਜਾ ਕੁਐਸਚਨ ਹੈ ਕਿਹੜੀ ਸਟੇਟ ਵਿੱਚ ਹੁੱਤੀ 골ਡ ਮਾਈਨ ਸਿਚੁਏਟਡ ਹੈ ਸੋ ਇਹ ਹੈ ਕਰਨਾਟਕਾ ਆਪਸ਼ਨ D which of the following register highest density in the country as per census 2011 ਸੋ ਸਭ ਤੋਂ ਜ਼ਿਆਦਾ ਡੈਂਸਿਟੀ ਹੈ ਮਤਲਬ ਜਿਹੜੇ ਲੋਕ ਨੇ ਪੋਪੂਲੇਸ਼ਨ ਹੈ ਇੰਨੀ ਜ਼ਿਆਦਾ ਹੈ ਤੇ ਉਹਨਾਂ ਕੋਲ ਬਹੁਤ ਥੋੜੀ ਜਗ੍ਹਾ ਹੈ ਰਹਿਣ ਦੇ ਲਈ ਬਹੁਤ ਥੋੜੀ ਜਗ੍ਹਾ 'ਚ ਜ਼ਿਆਦਾ ਲੋਕ ਰਹਿ ਰਹੇ ਨੇ ਸੋ ਉਹ ਹਾਈਐਸਟ ਡੈਂਸਿਟੀ ਦੇਖਣ ਨੂੰ ਮਿਲਦੀ ਹੈ 2011 ਦੇ ਸੈਂਸਸ ਦੇ ਅਨੁਸਾਰ ਦਿੱਲੀ ਵਿੱਚ ਆਪਸ਼ਨ A is the right answer Apart from bacteria, which of the following living species may be involved in nitrogen cycle? So water cycle, nitrogen cycle ਇਹ basic environment ਦੇ topics ਨੇ ਜਿਹੜੇ ਤੁਸੀਂ exam ਦੇ ਲਈ ਤਿਆਰ ਕਰਕੇ ਜਾਣੇ ਨੇ ਤੇ ਜਿਹੜਾ ਮੇਰਾ ਵੀਡੀਓ ਦਾ ਇੱਕ ਕੋਰਸ ਹੈ proper combined crash course for NIVE as well as cooperative ਉਹਦੇ ਵਿੱਚ ਮੈਂ ਇਸ ਤਰ੍ਹਾਂ ਦੇ ਸਾਰੇ topics touch ਕੀਤੇ ਨੇ environment related ਵੀ
So apart from bacteria, which of the following living species? Bacteria ਤੋਂ ਇਲਾਵਾ ਹੋਰ ਕਿਹੜੀ living species ਨੇ, ਜ਼ਿੰਦਾ species ਨੇ ਜਿਹੜੀਆਂ ਵਾਤਾਵਰਣ ਵਿੱਚ ਹੋਣ ਵਾਲੇ ਨਾਈਟ੍ਰੋਜਨ ਸਾਈਕਲ ਦੇ ਵਿੱਚ ਇਨਵੋਲਵਡ ਨੇ? ਸੋ ਉਹ ਹੈ green plants, animal, human, ਸੋ ਇਹ ਤਿੰਨੋਂ ਚੀਜ਼ਾਂ ਤੇ right answer ਹੈ option D 1 2 3. Next is very important defense related military related ਜਿਹੜੇ science and technology topic ਹੈ ਉਹਦੇ ਵਿੱਚ ਜਿਹੜਾ technology portion ਹੈ ਉਹਦੇ ਵਿੱਚ ਜ਼ਿਆਦਾਤਰ satellites based ਜਾਂ ਫਿਰ ਕੋਈ naval based exercises based ਇਸ ਤਰ੍ਹਾਂ ਦੇ question ਆਉਂਦੇ ਨੇ. So you must prepare yourself with these kind of statement based question. So sixth question is consider the following statement regarding PSLV polar satellite launch vehicle and geosynchronous satellite launch vehicle GSLV. ਸੋ ਦੋਨਾਂ ਆਪਾਂ ਨੇ ਦੱਸਣਾ ਕਿ ਦੋਨਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਕਰੈਕਟ ਹੈ, ਸਹੀ ਹੈ. ਪਹਿਲੀ ਸਟੇਟਮੈਂਟ ਕਹਿ ਰਹੀ ਹੈ ਜਿਹੜੀ GSLV ਹੈ ਇਹਨੂੰ ਡਿਵੈਲਪ ਕੀਤਾ ਗਿਆ ਸੀ, ਤਿਆਰ ਕੀਤਾ ਗਿਆ ਸੀ ਲੋ ਅਰਥ ਆਰਬਿਟ ਸੈਟੇਲਾਈਟ ਲਾਂਚ ਕਰਨ ਦੇ ਲਈ ਪੋਲਰ ਦੇ ਵਿੱਚ ਐਂਡ ਸਨ ਸਿੰਕਰੋਨੀਅਸ ਆਰਬਿਟਸ. ਜਿਹੜੀ PSLV ਹੈ ਉਹਨੂੰ ਹੈਵੀਅਰ ਜਿਹੜੀਆਂ ਇਨਸੈਟ ਕਲਾਸ ਦੀਆਂ ਜਿਓਸਿੰਕਰੋਨੀਅਸ ਸੈਟੇਲਾਈਟਸ ਨੇ ਉਹਨਾਂ ਨੂੰ ਆਰਬਿਟ ਵਿੱਚ ਪਹੁੰਚਾਉਣ ਲਈ ਜਿਹੜੀਆਂ ਹੈਵੀਅਰ ਕੈਟੇਗਰੀ ਦੀਆਂ ਨੇ ਉਹਨਾਂ ਨੂੰ ਲਾਂਚ ਕਰਨ ਦੇ ਲਈ ਡਿਵੈਲਪ ਕੀਤਾ ਗਿਆ ਸੀ. ਸੋ ਇਹ ਦੋਨੋਂ ਲਾਂਚਿੰਗ ਵਹੀਕਲਸ ਨੇ, ਪੋਲਰ ਸੈਟੇਲਾਈਟ, ਜਿਓਸਿੰਕਰੋਨੀਅਸ ਸੈਟੇਲਾਈਟ, ਤੇ ਇਹ ਦੋਨੋਂ ਸਟੇਟਮੈਂਟ ਹੀ ਗਲਤ ਨੇ. ਸੋ ਦ ਰਾਈਟ ਆਂਸਰ ਇਜ਼ ਆਪਸ਼ਨ D neither one nor two. Next is ਦੋ ਸਟੇਟਮੈਂਟ ਨੇ ਐਂਡ ਵੀ ਹੈਵ ਟੂ ਟੈਲ ਕਿਹੜੀ ਸਟੇਟਮੈਂਟ ਕਰੈਕਟ ਹੈ. ਵਰਲਡ ਟ੍ਰੇਡ ਆਰਗੇਨਾਈਜੇਸ਼ਨ ਡਿਟਰਮਾਈਨ ਕਰਦੀ ਹੈ ਡਿਵੈਲਪਡ ਤੇ ਡਿਵੈਲਪਿੰਗ ਕੰਟਰੀਜ਼ GDP ਦੇ ਆਧਾਰ ਉੱਤੇ. ਦੂਜੀ ਸਟੇਟਮੈਂਟ ਕਹਿ ਰਹੀ ਹੈ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਹੈਲਪ ਦਿੰਦੀ ਹੈ ਡਿਵੈਲਪਿੰਗ ਕੰਟਰੀਜ਼ ਨੂੰ ਜਾਂ ਜਿਹੜੀਆਂ ਘੱਟ ਲੀਸਟ ਡਿਵੈਲਪ ਨੇ, ਸਭ ਤੋਂ ਪਿਛੜੀਆਂ ਹੋਈਆਂ ਕੰਟਰੀਜ਼ ਨੇ ਜਾਂ ਲੋ ਇਨਕਮ ਕੰਟਰੀਜ਼ ਨੇ, ਸੋ ਦੈਟ ਉਹ ਆਪਣੇ ਆਪ ਨੂੰ ਐਡਜਸਟ ਕਰ ਸਕਣ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਟ੍ਰੇਡ ਦੇ ਰੂਲਸ ਨੇ, ਤੇ ਨਾਲ ਹੀ ਟੈਕਨੀਕਲ ਕੋਆਪਰੇਸ਼ਨ ਜਾਂ ਕੋਈ ਹੋਰ ਟ੍ਰੇਨਿੰਗ, ਕੋਈ ਹੋਰ ਫਾਈਨੈਂਸ਼ੀਅਲ ਮਦਦ ਚਾਹੀਦੀ ਹੁੰਦੀ ਹੈ. ਸੋ ਹਰ ਤਰ੍ਹਾਂ ਦੀ ਜਿਹੜੀ ਅਸਿਸਟੈਂਸ ਹੈ ਰਿਲੇਟਡ ਟੂ ਟ੍ਰੇਡ ਇਨ ਇੰਟਰਨੈਸ਼ਨਲ ਲੈਵਲ, ਸੋ ਉਹ WTO ਪ੍ਰੋਵਾਈਡ ਕਰਵਾਉਂਦੀ ਹੈ ਤੇ ਸਪੈਸ਼ਲੀ ਇਹਦਾ ਫੋਕਸ ਹੈ ਹੈਲਪ ਦੇਣੀ ਡਿਵੈਲਪਿੰਗ, ਲੀਸਟ ਡਿਵੈਲਪਡ ਤੇ ਲੋ ਇਨਕਮ ਕੰਟਰੀਜ਼ ਨੂੰ. ਸੋ ਇਹਨਾਂ ਦੋਨਾਂ ਦੇ ਵਿੱਚੋਂ ਸਿਰਫ ਸੈਕਿੰਡ ਸਟੇਟਮੈਂਟ ਸਹੀ ਹੈ. ਸੋ ਰਾਈਟ ਆਂਸਰ ਹੀਅਰ ਇਜ਼ ਆਪਸ਼ਨ B 2 ਓਨਲੀ. ਨੈਕਸਟ ਇਜ਼ ਇਕਨੋਮਿਕਸ ਰਿਲੇਟਡ ਕੁਐਸਚਨ. ਇਹ ਬਹੁਤ ਹੀ ਇੰਪੋਰਟੈਂਟ ਕਰੰਟ ਇਸ਼ੂ ਹੈ ਕਿਉਂਕਿ ਬਾਰ-ਬਾਰ ਨਿਊਜ਼ ਵਿੱਚ ਆ ਰਹੀ ਸੀ ਵੇਰੀਏਬਲ ਰੇਟ ਰਿਵਰਸ ਰੈਪੋ ਆਕਸ਼ਨ VRRR ਆਕਸ਼ਨ. ਸੋ ਇਹਨੂੰ ਲੈ ਕੇ ਦੋ ਸਟੇਟਮੈਂਟ ਨੇ. ਪਹਿਲੀ ਸਟੇਟਮੈਂਟ ਹੈ RBI ਨੇ ਕੰਡਕਟ ਕੀਤੀ ਹੈ ਇਹ ਆਕਸ਼ਨ ਸੋ ਦੈਟ ਇਕਨੋਮੀ ਦੇ ਵਿੱਚ ਜਿਹੜੀ ਲਿਕੁਇਡਿਟੀ ਹੈ, ਵਾਧੂ ਦਾ ਪੈਸਾ ਜਾ ਰਿਹਾ, ਮਨੀ ਜਾ ਰਹੀ ਹੈ, ਉਹਨੂੰ ਐਬਜ਼ੌਰਬ ਕੀਤਾ ਜਾ ਸਕੇ, ਕੰਟਰੋਲ ਕੀਤਾ ਜਾ ਸਕੇ. ਦੂਜੀ ਇਟ ਇਜ਼ ਯੂਜੂਅਲੀ ਕੰਡਕਟਡ ਫॉर ਅ ਸ਼ਾਰਟਰ ਪੀਰੀਅਡ. ਜਿਹੜੀ ਆਕਸ਼ਨ ਲਗਾਈ ਜਾਂਦੀ ਹੈ ਇਹ ਬਹੁਤ ਥੋੜੇ ਸਮੇਂ ਦੇ ਲਈ, 3 ਦਿਨਾਂ ਤੋਂ ਵੀ ਘੱਟ ਸਮੇਂ ਦੇ ਲਈ ਇਹ ਆਕਸ਼ਨ ਲਗਾਈ ਜਾਂਦੀ ਹੈ. ਸੋ ਇਹਦੇ ਵਿੱਚੋਂ ਸਿਰਫ ਪਹਿਲੀ ਸਟੇਟਮੈਂਟ ਸਹੀ ਹੈ ਜਿਹੜਾ ਮੇਨ ਇਸ VRR ਆਕਸ਼ਨ ਦਾ ਆਬਜੈਕਟ ਡਿਫਾਈਨ ਕਰ ਰਹੀ ਹੈ. ਸੋ ਰਾਈਟ ਆਂਸਰ ਇਜ਼ 1 ਓਨਲੀ ਆਪਸ਼ਨ A. ਨੈਕਸਟ ਇਜ਼ ਰਿਲੇਟਡ ਟੂ ਇਜ਼ਰਾਈਲ. ਸੋ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਐਗਜ਼ਾਮ ਦੇ ਵਿੱਚ ਇੰਟਰਨੈਸ਼ਨਲ ਜੀਓਗ੍ਰਾਫੀ ਦਾ ਤਾਂ ਕੋਈ ਲਿੰਕ ਨਹੀਂ ਹੈ, ਉਹਦੇ ਚੋਂ ਕੁਐਸਚਨ ਆਪਾਂ ਐਕਸਪੈਕਟ ਨਹੀਂ ਕਰ ਸਕਦੇ, ਬਟ ਇਹ ਇੰਟਰਨੈਸ਼ਨਲ ਜੀਓਗ੍ਰਾਫੀ ਦਾ ਕੁਐਸਚਨ ਨਹੀਂ ਹੈ. ਇਹਨੂੰ ਤੁਸੀਂ ਸਟੈਟਿਕ GK ਦਾ ਕੁਐਸਚਨ ਮੰਨ ਲਓ ਜਾਂ ਫਿਰ ਇਹਨੂੰ ਤੁਸੀਂ ਕਰੰਟ ਅਫੇਅਰ ਦਾ ਕੁਐਸਚਨ ਮੰਨ ਲਓ ਕਿਉਂਕਿ ਕਰੰਟ ਅਫੇਅਰਸ ਦੇ ਵਿੱਚ ਪਿਛਲੇ 2 ਸਾਲ ਤੋਂ ਇਜ਼ਰਾਈਲ ਹੋ ਗਿਆ, ਹੁਣ ਰਸ਼ੀਆ, ਯੂਕਰੇਨ, ਸੋ ਇਹ ਜਿਹੜੀਆਂ ਬੇਸਿਕ ਮੇਜਰ ਇੰਟਰਨੈਸ਼ਨਲ ਕੰਟਰੀਜ਼ ਨੇ ਨਿਊਜ਼ ਵਿੱਚ ਰਹਿ ਰਹੀਆਂ ਨੇ, ਇਹਨਾਂ ਦੇ ਜੋ ਵੀ ਇੰਪੋਰਟੈਂਟ ਫੈਕਟਸ ਨੇ, ਜੋ ਵੀ ਇੰਪੋਰਟੈਂਟ ਸਟੈਟਿਕ ਫੈਕਟਸ ਨੇ ਸਪੈਸ਼ਲੀ, ਉਹ ਤੁਹਾਨੂੰ ਐਗਜ਼ਾਮ ਦੇ ਲਈ ਜ਼ਰੂਰ ਪਤਾ ਹੋਣੇ ਚਾਹੀਦੇ ਨੇ. ਸੋ 9th ਕੁਐਸਚਨ ਇਜ਼ਰਾਈਲ ਦੇ ਇਹਨਾਂ ਪੰਜਾਂ ਦੇ ਵਿੱਚੋਂ ਕਿਹੜੇ-ਕਿਹੜੇ ਦੇਸ਼ਾਂ ਦੇ ਨਾਲ ਬਾਰਡਰ ਲੱਗਦੇ ਨੇ? ਸੋ ਰਾਈਟ ਆਂਸਰ ਹੈ ਆਪਸ਼ਨ C ਲੈਬਨਾਨ ਦੇ ਨਾਲ, ਇਜਿਪਟ ਤੇ ਜਾਰਡਨ. Consider the following statement regarding NATO. NATO बहुत ही ज़्यादा important concept रहने वाला आने वाले सारे एग्जाम्स ਲਈ ਕਿਉਂਕਿ NATO ਦਾ ਬਾਰ-ਬਾਰ ਜ਼ਿਕਰ ਹੋ ਰਿਹਾ ਹੈ. ਜਦੋਂ ਤੋਂ ਰਸ਼ੀਆ ਯੂਕਰੇਨ ਦੀ ਕਨਫਲਿਕਟ ਸਟਾਰਟ ਹੋਈ ਹੈ ਉਦੋਂ ਤੋਂ ਹੀ NATO ਦੀ ਇਨਵੋਲਵਮੈਂਟ ਰਹੀ ਹੈ. ਸੋ NATO ਜੋ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ ਇਹਦੇ ਬਾਰੇ ਤੁਹਾਨੂੰ ਹਰ ਛੋਟੇ ਤੋਂ ਛੋਟਾ ਫੈਕਟ ਜ਼ਰੂਰ ਪਤਾ ਹੋਣਾ ਚਾਹੀਦਾ ਹੈ. ਸੋ ਪਹਿਲੀ ਸਟੇਟਮੈਂਟ ਹੈ NATO ਮੈਂਬਰਸ਼ਿਪ ਓਪਨ ਹੈ ਕਿਸੇ ਵੀ ਕੰਟਰੀ ਨੂੰ ਜਿਹੜੀ ਉਹਦੇ ਮਿਲਟਰੀ ਅਲਾਈਅੰਸ ਤੇ ਟਰਮਸ ਨੂੰ ਐਕਸੈਪਟ ਕਰਦੀ ਹੈ. ਦੂਜੀ ਸਟੇਟਮੈਂਟ ਮੈਂਬਰਸ਼ਿਪ ਐਕਸ਼ਨ ਪਲਾਨ ਮੈਪ ਆਫ ਨਾਟੋ ਇੱਕ ਮਿਲਟਰੀ ਕੋਡ ਹੈ ਜਿਹੜਾ ਰੋਕਦਾ ਹੈ ਅਟੈਕ ਮੈਂਬਰ ਕੰਟਰੀਜ਼ ਦਾ
ਕਿਸੇ ਵੀ ਹੋਰ ਨਾਟੋ ਮੈਂਬਰਸ ਦੇ ਦੁਆਰਾ। ਸੋ ਨਾਟੋ ਮੈਂਬਰਸ ਆਪਸ ਦੇ ਵਿੱਚ ਕੋਈ ਵੀ ਅਟੈਕ ਨਹੀਂ ਕਰ ਸਕਦੇ। ਇਸ ਚੀਜ਼ ਨੂੰ ਰੋਕਣ ਦੇ ਲਈ ਜਿਹੜਾ ਮਿਲਟਰੀ ਕੋਡ ਹੈ ਉਹਦਾ ਨਾਮ ਮੈਪ ਹੈ। ਸੋ ਇਹ ਦੋਨੋਂ ਸਟੇਟਮੈਂਟ ਇਹ ਚੀਜ਼ਾਂ ਡਿਫਾਈਨ ਕਰ ਰਹੀਆਂ ਨੇ। ਸੋ ਕੁਐਸਚਨ ਹੈ ਕਿ ਇਹਨਾਂ ਸਟੇਟਮੈਂਟਸ ਦੇ ਵਿੱਚੋਂ ਕਿਹੜੀ ਸਟੇਟਮੈਂਟ ਗਲਤ ਹੈ। ਸੋ ਇਹ ਦੋਨੋਂ ਹੀ ਸਟੇਟਮੈਂਟ ਇਨਕਰੈਕਟ ਨੇ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਸੀ, both 1 and 2. Next is 11th question. The Gir forest is noted for its. So Gir forest ਨੂੰ ਜਾਣਿਆ ਜਾਂਦਾ ਹੈ lion sanctuary ਦੇ ਲਈ। Option A is the right answer. The only sanctuary ਇਕਲੌਤੀ ਹੈ ਜੀ sanctuary ਜਿੱਥੇ ਕਸ਼ਮੀਰ stag ਪਾਇਆ ਜਾਂਦਾ ਹੈ। So ਉਹ ਹੈ option B, Dachigram. 13th question. Which of the following town is not on the golden quadrilateral being created for the roads infrastructure of the country? So golden quadrilateral ਜਦੋਂ ਵੀ ਆਪਾਂ roads ਦੀ ਗੱਲ ਕਰਦੇ ਹਾਂ ਤਾਂ ਇਹ ਜਿਹੜੇ important ਇੱਕ ਕੈਟੇਗਰੀ ਹੈ, ਇੱਕ ਟਰਮ ਹੈ, ਇੱਕ ਜੋੜਦਾ ਹੈ important road infrastructure ਨੂੰ ਦੇਸ਼ ਦੇ ਵਿੱਚ major metro cities ਨੂੰ ਆਪਸ ਵਿੱਚ ਜੋੜਦੇ ਆ। ਸੋ ਇਹ ਜਿਹੜੀ golden quadrilateral ਹੈ, question ਹੈ ਕਿ ਇਹਨਾਂ ਚਾਰਾਂ ਦੇ ਵਿੱਚੋਂ ਕਿਹੜਾ ਇਹੋ ਜਿਹਾ ਟਾਊਨ ਹੈ ਜਿਹੜਾ ਇਹਦੇ ਉੱਤੇ ਨਹੀਂ ਆਉਂਦਾ। ਸੋ ਉਹ ਹੈ ਆਪਸ਼ਨ ਬੀ, ਹੈਦਰਾਬਾਦ। ਤੇ ਇਹ ਵੀ NCERT ਬੇਸਡ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ। ਨੈਕਸਟ ਹੈ ਜਿਹੜੀਆਂ ਸੈਂਟਰ ਤੇ ਸਟੇਟ ਦੇ ਵਿਚਕਾਰ ਭਾਰਤ ਦੇ ਸੰਵਿਧਾਨ ਨੇ ਪਾਵਰ ਵੰਡੀ ਹੋਈ ਹੈ, ਡਿਸਟ੍ਰੀਬਿਊਟ ਕੀਤੀ ਹੋਈ ਹੈ। ਇਹ ਜਿਹੜੀ ਸਕੀਮ ਹੈ ਪਾਵਰ ਵੰਡਣ ਦੀ ਕਿੱਥੋਂ ਲਈ ਗਈ ਹੈ? ਸੋ ਇਹਦਾ ਸੋਰਸ ਹੈ 1935 ਦਾ ਗਵਰਨਮੈਂਟ ਆਫ ਇੰਡੀਆ ਐਕਟ। ਆਪਸ਼ਨ ਸੀ ਇਜ਼ ਦ ਰਾਈਟ ਆਨਸਰ। ਨਾਗਾਰਜੁਨ ਸਾਗਰ ਪ੍ਰੋਜੈਕਟ ਵੈਰੀ ਇੰਪੋਰਟੈਂਟ। ਹਰ ਐਗਜ਼ਾਮ ਦੇ ਵਿੱਚ ਤੁਸੀਂ ਇਹਦੇ ਨਾਲ ਰਿਲੇਟਡ ਡਾਇਰੈਕਟਲੀ ਇਨਡਾਇਰੈਕਟਲੀ ਕੋਈ ਨਾ ਕੋਈ ਕੁਐਸਚਨ ਜ਼ਰੂਰ ਐਕਸਪੈਕਟ ਕਰ ਸਕਦੇ ਹੋ। ਨਾਗਾਰਜੁਨ ਸਾਗਰ ਹੋ ਗਿਆ, ਕੇਨ ਬੇਤਵਾ ਹੋ ਗਿਆ ਜਾਂ ਇੱਕ SYL ਇਸ਼ੂ। ਇਹ ਦੋ ਤਿੰਨ ਇਹੋ ਜਿਹੇ ਚੀਜ਼ ਨੇ ਇੰਪੋਰਟੈਂਟ ਜਿਹੜੇ ਪ੍ਰੋਜੈਕਟਸ ਨੇ ਜਾਂ ਇਸ਼ੂਜ਼ ਨੇ ਜਿਨ੍ਹਾਂ ਉੱਤੇ ਕਨਫਲਿਕਟ ਚੱਲ ਰਹੇ ਨੇ ਜੋ ਬਾਰ-ਬਾਰ ਨਿਊਜ਼ ਵਿੱਚ ਰਹਿੰਦੇ ਨੇ। ਸੋ ਇਹਨਾਂ ਨੂੰ ਤੁਸੀਂ ਐਗਜ਼ਾਮ ਦੇ ਲਈ ਬਿਲਕੁਲ ਵੀ ਮਿਸ ਨਹੀਂ ਕਰਨਾ। ਨਾਗਾਰਜੁਨ ਸਾਗਰ ਪ੍ਰੋਜੈਕਟ ਲੋਕੇਟਡ ਹੈ ਕ੍ਰਿਸ਼ਨਾ ਰਿਵਰ, ਆਂਧਰਾ ਪ੍ਰਦੇਸ਼। 16th ਕੁਐਸਚਨ, ਕਿਹੜੇ ਸ਼ਡਿਊਲ ਦੇ ਅੰਦਰ ਭਾਰਤ ਦੇ ਸੰਵਿਧਾਨ ਵਿੱਚ ਐਂਟੀ ਡਿਫੈਕਸ਼ਨ ਦੀ ਗੱਲ ਕੀਤੀ ਗਈ ਹੈ? ਸੋ ਇਹ ਵੀ one of the most important and repetitive question in all exam, whether the exam is state level or central level. ਸੋ ਇਹ ਕੁਐਸਚਨ ਹਮੇਸ਼ਾ ਪੁੱਛਿਆ ਜਾਂਦਾ ਹੈ। ਇੱਕ ਇਹ ਹੋ ਗਿਆ, ਨਾਲ ਇੱਕ ਹੋ ਗਿਆ 86th ਅਮੈਂਡਮੈਂਟ ਬਾਰੇ, ਰਾਈਟ ਟੂ ਐਜੂਕੇਸ਼ਨ। ਸੋ ਇਹ ਦੋ ਤਿੰਨ ਇਹੋ ਜਿਹੇ ਕੁਐਸਚਨ ਨੇ ਜਿਨ੍ਹਾਂ ਨੂੰ ਤੁਸੀਂ ਬਿਲਕੁਲ ਮਿਸ ਨਹੀਂ ਕਰ ਸਕਦੇ ਤੇ ਇਹ ਸਭ ਤੋਂ ਬੇਸਿਕ ਐਕਸਪੈਕਟਡ ਕੁਐਸਚਨ ਹੁੰਦੇ ਨੇ। ਸੋ ਐਂਟੀ ਡਿਫੈਕਸ਼ਨ ਦੀ ਗੱਲ ਹੁੰਦੀ ਹੈ 10ਵੇਂ ਸ਼ਡਿਊਲ ਵਿੱਚ। ਆਪਸ਼ਨ ਡੀ ਇਜ਼ ਦ ਰਾਈਟ ਆਨਸਰ। ਵਿਚ ਵਨ ਆਫ ਦ ਫੋਲੋਇੰਗ ਇਜ਼ ਅ ਮੇਜਰ ਪੋਰਟ? ਈਸਟ ਕੋਸਟ, ਭਾਰਤ ਦੇ ਈਸਟ ਕੋਸਟ ਉੱਤੇ ਮੇਜਰ ਪੋਰਟ ਕਿਹੜਾ ਹੈ? ਸੋ ਮੇਜਰ ਹੈ ਵਿਸ਼ਾਖਾਪਟਨਮ, ਆਪਸ਼ਨ ਬੀ। ਨਾਲ ਤੁਸੀਂ ਇਹ ਵੀ ਤਿਆਰ ਕਰਕੇ ਜਾਣੇ ਨੇ ਕਿ ਆਰਟੀਫੀਸ਼ੀਅਲ ਕਿਹੜੇ ਨੇ, ਨੈਚੁਰਲ ਕਿਹੜੇ ਨੇ। ਸੋ ਇਹ ਵੀ NCERT ਬੇਸਡ ਕੁਐਸਚਨ ਹੈ। ਦਿਸ ਇਜ਼ ਆਲਸੋ ਇੰਪੋਰਟੈਂਟ। ਸਤਲੁਜ ਤੇ ਬਿਆਸ ਜਿੱਥੇ ਮਿਲਦੇ ਨੇ ਉਸ ਕਨਫਲੂਐਂਸ ਨੂੰ ਕੀ ਕਿਹਾ ਜਾਂਦਾ ਹੈ? ਸੋ ਸਤਲੁਜ ਤੇ ਬਿਆਸ ਮਿਲਦੇ ਨੇ ਹਰੀਕੇ ਪੱਤਣ, ਆਪਸ਼ਨ ਡੀ। ਕਿਹੜਾ ਡਾਂਸ ਦੀ ਫਾਰਮ ਹੈ ਜਿਹੜਾ ਸਿਰਫ ਔਰਤਾਂ ਮਹਿਲਾਵਾਂ ਦੇ ਦੁਆਰਾ ਪਰਫਾਰਮ ਕੀਤਾ ਜਾਂਦਾ ਹੈ? ਸੋ ਉਹ ਹੈ ਸੰਮੀ, ਆਪਸ਼ਨ ਸੀ। ਮਾਡਰਨ ਪੰਜਾਬੀ ਲਿਟਰੇਚਰ ਦੇ ਫਾਊਂਡਰ ਕਿਹਨੂੰ ਕਿਹਾ ਜਾਂਦਾ ਹੈ? ਸੋ ਉਹ ਨੇ ਭਾਈ ਵੀਰ ਸਿੰਘ, ਆਪਸ਼ਨ ਬੀ। ਰੀਇਮੈਜਿਨ, ਰੀਕ੍ਰੀਏਟ, ਰੀਸਟੋਰ ਇਹ ਵਰਲਡ ਇਨਵਾਇਰਨਮੈਂਟ ਡੇ ਦਾ ਥੀਮ ਸੀ। ਵਰਲਡ ਇਨਵਾਇਰਨਮੈਂਟ ਡੇ ਕਿਸ ਦਿਨ ਸੈਲੀਬ੍ਰੇਟ ਕੀਤਾ ਜਾਂਦਾ ਹੈ? ਵੈਰੀ ਇੰਪੋਰਟੈਂਟ ਕੁਐਸਚਨ। ਸੋ ਤੁਸੀਂ ਐਗਜ਼ਾਮ ਦੇ ਲਈ ਵਾਟਰ ਡੇ, ਵਰਲਡ ਇਨਵਾਇਰਨਮੈਂਟ ਡੇ, ਇਸ ਤਰ੍ਹਾਂ ਦੇ ਜਿਹੜੇ ਬੇਸਿਕ ਕੁਐਸਚਨ ਨੇ, ਵਰਲਡ ਸਪੈਰੋ ਡੇ, ਇਹ ਜ਼ਰੂਰ ਤਿਆਰ ਕਰਨੇ ਨੇ। ਨਾਲ ਇਹਨਾਂ ਦੇ ਥੀਮ ਵੀ ਤੁਹਾਨੂੰ ਪਤਾ ਹੋਣੇ ਚਾਹੀਦੇ ਹੈ। ਸੋ ਵਰਲਡ ਇਨਵਾਇਰਨਮੈਂਟ ਡੇ ਇਜ਼ ਆਬਜ਼ਰਵਡ ਐਵਰੀ ਈਅਰ ਔਨ 5th of June। ਨੀਤੀ ਆਯੋਗ ਦੇ ਵਾਈਸ ਚੇਅਰਮੈਨ ਡਾਕਟਰ ਰਾਜੀਵ ਕੁਮਾਰ ਨੇ ਇੱਕ ਰਿਪੋਰਟ ਲਾਂਚ ਕੀਤੀ ਹੈ ਜਿਹਦਾ ਟਾਈਟਲ ਹੈ SDG ਇੰਡੈਕਸ, ਇੰਡੀਆ ਇੰਡੈਕਸ ਐਂਡ ਡੈਸ਼ਬੋਰਡ 2020-21 ਪਾਰਟਨਰਸ਼ਿਪ ਇਨ ਦ ਡੈਕੇਡ ਆਫ ਐਕਸ਼ਨ ਤੇ ਇਹਦਾ ਤੀਜਾ ਐਡੀਸ਼ਨ ਕੱਢਿਆ। ਇਸ ਰਿਪੋਰਟ ਦੇ ਅਨੁਸਾਰ ਕੇਰਲਾ ਨੰਬਰ 1 ਤੇ ਰਹੀ ਹੈ। ਕੁਐਸਚਨ ਹੈ ਕਿ ਨੰਬਰ 2 ਤੇ ਆਉਣ ਵਾਲੀਆਂ ਕਿਹੜੀਆਂ ਸਟੇਟ ਨੇ? ਸੋ ਹੁਣ ਤੁਸੀਂ ਦੇਖ ਰਹੇ ਹੋਗੇ ਕਿ ਤੁਸੀਂ ਐਗਜ਼ਾਮ ਦੇ ਵਿੱਚ ਸਿਰਫ ਟੌਪ ਜਿਹੜੇ ਰੈਂਕ ਦੇ ਵਿੱਚ ਕਿਸੇ ਵੀ ਇੰਡੈਕਸ ਵਿੱਚ ਨੰਬਰ 1 ਤੇ ਕੋਈ ਸਟੇਟ ਆਉਂਦੀ ਹੈ, ਕੋਈ ਕੰਟਰੀ ਆਉਂਦੀ ਹੈ, ਸਿਰਫ ਉਹੀ ਤਿਆਰ ਨਹੀਂ ਕਰਨੀ। ਤੁਹਾਨੂੰ ਸਭ ਤੋਂ ਨੀਚੇ ਕਿਹੜੀ ਰਹੀ ਤੇ ਟੌਪ ਘੱਟੋ ਘੱਟ 5 ਸਟੇਟਸ ਜਾਂ 5 ਜੇ ਕੋਈ ਇੰਟਰਨੈਸ਼ਨਲ ਲੈਵਲ ਦੀ ਰੈਂਕਿੰਗ ਇੰਡੈਕਸ ਹੈ ਤਾਂ ਪਤਾ ਹੋਣੇ ਚਾਹੀਦੇ ਨੇ। ਉੱਥੇ ਤੁਹਾਨੂੰ ਸੈਕਿੰਡ ਪੋਜੀਸ਼ਨ, ਥਰਡ ਪੋਜੀਸ਼ਨ ਕੋਈ ਵੀ ਪੁੱਛੀ ਜਾ ਸਕਦੀ ਹੈ।
ਸੋ ਇਹਦੇ ਵਿੱਚ ਦੂਜੇ ਨੰਬਰ ਤੇ ਆਉਣ ਵਾਲੀ ਸਟੇਟ ਨੇ ਹਿਮਾਚਲ ਤੇ ਤਮਿਲਨਾਡੂ ਦੋਨੋਂ। ਸਹੀ ਉੱਤਰ ਹੈ ਆਪਸ਼ਨ ਡੀ, both second and third। Who has been elected president of Israel? ਤੇ ਇਹ ਇਜ਼ਰਾਈਲ ਦੇ 11ਵੇਂ ਪ੍ਰੈਜ਼ੀਡੈਂਟ ਨੇ ਤੇ ਇਹਨਾਂ ਨੇ ਸਕਸੀਡ ਕੀਤਾ ਹੈ ਰਿਓਵਨ ਰਿਵਲਿਨ ਨੂੰ। ਸੋ ਵੈਰੀ ਇੰਪੋਰਟੈਂਟ ਅਪਾਇੰਟਮੈਂਟ ਇਹ ਨੇ ਇਸਾਕ ਹਰਜ਼ੋਗ, ਆਪਸ਼ਨ ਬੀ। ਈ ਕੁਬੇਰ ਦੇ ਰਿਗਾਰਡਿੰਗ ਈ ਕੁਬੇਰ ਵੀ ਬਾਰ-ਬਾਰ ਨਿਊਜ਼ ਚੱਲ ਰਿਹਾ ਸੀ, ਵੈਰੀ ਇੰਪੋਰਟੈਂਟ ਇਕਨੋਮਿਕ ਕਰੰਟ ਇਸ਼ੂ। ਸੋ ਈ ਕੁਬੇਰ ਨੂੰ ਰਿਲੇਟਡ ਦੋ ਸਟੇਟਮੈਂਟ ਨੇ। ਪਹਿਲੀ ਸਟੇਟਮੈਂਟ ਹੈ ਕਿ ਈ ਕੁਬੇਰ ਇੱਕ ਕੋਰ ਮੇਨ ਇੰਪੋਰਟੈਂਟ ਬੈਂਕਿੰਗ ਸੋਲੂਸ਼ਨ ਹੈ ਆਰਬੀਆਈ ਦਾ, ਜਿਹੜਾ ਕਮਰਸ਼ੀਅਲ ਬੈਂਕਸ ਨੂੰ ਉਹਨਾਂ ਦੇ ਜਿਹੜੇ ਆਰਬੀਆਈ ਦੇ ਵਿੱਚ ਕਰੰਟ ਅਕਾਊਂਟ ਖੁਲਾਏ ਹੋਏ ਨੇ ਉੱਥੇ ਹਾਈ ਡਿਗਰੀ ਦਾ ਡਾਇਰੈਕਟ ਐਕਸੈਸ ਪ੍ਰੋਵਾਈਡ ਕਰਵਾਉਂਦਾ। ਈ ਕੁਬੇਰ ਨੂੰ ਯੂਜ਼ ਕੀਤਾ ਜਾਂਦਾ ਹੈ ਕਿ ਉਹ ਕੋਈ ਸਰਕਾਰੀ ਕੋਈ ਸਿਕਿਉਰਿਟੀਜ਼ ਨੇ ਉਹਨਾਂ ਦੀ ਜੇ ਬੋਲੀ ਲਗਾਉਣੀ ਹੈ, ਆਕਸ਼ਨ ਕਰਵਾਉਣਾ, ਤਾਂ ਉਹ ਵੀ ਕੰਡਕਟ ਕਰਵਾ ਸਕੇ। ਸੋ ਕਰੈਕਟ ਸਟੇਟਮੈਂਟ ਕਿਹੜੀ ਹੈ? ਇਹ ਦੋਨੋਂ ਹੀ ਬਿਲਕੁਲ ਕਰੈਕਟ ਨੇ ਰਿਲੇਟਡ ਟੂ ਈ ਕੁਬੇਰ। ਸੋ ਰਾਈਟ ਆਂਸਰ ਇਜ਼ ਆਪਸ਼ਨ ਸੀ, both 1 and 2। ਕਵਲ ਟਾਈਗਰ ਰਿਜ਼ਰਵ ਰੀਸੈਂਟਲੀ ਨਿਊਜ਼ ਵਿੱਚ ਸੀ, ਇਹ ਕਿੱਥੇ ਲੋਕੇਟਡ ਹੈ? ਸੋ ਦਿਸ ਇਜ਼ ਲੋਕੇਟਡ ਇਨ ਤੇਲੰਗਾਨਾ, ਆਪਸ਼ਨ ਬੀ। ਨੈਸ਼ਨਲ ਸੁਪਰ ਕੰਪਿਊਟਿੰਗ ਮਿਸ਼ਨ very important government initiative। ਇਹਨੂੰ ਲੈ ਕੇ ਤਿੰਨ ਸਟੇਟਮੈਂਟਸ ਨੇ ਐਂਡ ਵੀ ਹੈਵ ਟੂ ਟੈਲ ਕਿ ਕਿਹੜੀ ਸਟੇਟਮੈਂਟ ਕਰੈਕਟ ਹੈ। ਸੋ ਪਹਿਲੀ ਸਟੇਟਮੈਂਟ ਕਹਿ ਰਹੀ ਹੈ ਕਿ ਜਿਹੜਾ ਐਨਐਸਐਮ ਹੈ ਇਹਨੂੰ ਜੁਆਇੰਟਲੀ ਸਟੀਅਰ ਕੀਤਾ ਹੈ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਤੇ ਨਾਲ ਮਿਨਿਸਟਰੀ ਆਫ ਇਲੈਕਟ੍ਰੋਨਿਕ ਤੇ ਆਈਟੀ ਨੇ ਮਿਲ ਕੇ। ਇਹਨੂੰ ਇੰਪਲੀਮੈਂਟ ਲਾਗੂ ਕਰਵਾ ਰਿਹਾ ਹੈ ਸੈਂਟਰ ਫॉर ਡਿਵੈਲਪਮੈਂਟ ਆਫ ਐਡਵਾਂਸ ਕੰਪਿਊਟਿੰਗ ਤੇ ਜਿਹੜਾ ਮਿਸ਼ਨ ਹੈ ਇਹ ਸੁਪਰ ਕੰਪਿਊਟਰ ਸਿਸਟਮ ਨੂੰ ਡਿਪਲੋਏ ਕਰਵਾਊਗਾ ਇੰਡੀਆ ਦੇ ਅੰਦਰ ਆਈਆਈਟੀਜ਼ ਆਈਆਈਐਸਸੀਜ਼ ਦੇ ਵਿੱਚ। ਸੋ ਇਹ ਤਿੰਨੋਂ ਸਟੇਟਮੈਂਟ ਬਿਲਕੁਲ ਸਹੀ ਨੇ ਰਿਲੇਟਡ ਟੂ ਐਨਐਸਐਮ ਨੈਸ਼ਨਲ ਸੁਪਰ ਕੰਪਿਊਟਿੰਗ ਮਿਸ਼ਨ। ਸੋ ਰਾਈਟ ਆਂਸਰ ਹੀਅਰ ਇਜ਼ ਆਪਸ਼ਨ ਡੀ 1 2 3। ਵੋਲਬਾਚੀਆ ਮੈਥਡ ਕਈ ਵਾਰੀ ਨਿਊਜ਼ ਵਿੱਚ ਦੇਖਣ ਨੂੰ ਮਿਲਿਆ, ਕਿਸ ਚੀਜ਼ ਦੇ ਕੰਟਰੋਲ ਦੇ ਨਾਲ ਰਿਲੇਟਡ ਇਹ ਮੈਥਡ ਅਪਣਾਇਆ ਜਾਂਦਾ ਹੈ? ਸੋ ਇਹਨੂੰ ਅਪਣਾਇਆ ਜਾਂਦਾ ਹੈ ਡੇਂਗੂ ਨੂੰ ਕੰਟਰੋਲ ਕਰਨ ਦੇ ਲਈ, ਆਪਸ਼ਨ ਏ ਇਹਦਾ ਰਾਈਟ ਆਂਸਰ ਹੈ। ਫੇਥ ਫॉर ਰਾਈਟਸ ਮੂਵਮੈਂਟ very important, ਇਹ ਵੀ ਨਿਊਜ਼ ਵਿੱਚ ਦੇਖਣ ਨੂੰ ਮਿਲੀ ਸੀ, ਕਿਸ ਚੀਜ਼ ਨਾਲ ਰਿਲੇਟਡ ਹੈ? ਸੋ ਫੇਥ ਫॉर ਰਾਈਟਸ ਮੂਵਮੈਂਟ ਇਜ਼ ਰਿਲੇਟਡ ਟੂ associated with United Nation, option B। Summit for Democracy ਕਿਹਨੇ ਹੋਸਟ ਕੀਤਾ? Summit for Democracy ਨੂੰ ਹੋਸਟ ਕੀਤਾ ਯੂਨਾਈਟਿਡ ਸਟੇਟਸ ਅਮਰੀਕਾ ਨੇ, ਆਪਸ਼ਨ ਸੀ ਇਹਦਾ ਰਾਈਟ ਆਂਸਰ। ਨੈਕਸਟ ਇਜ਼ very important current affair related to ਵੀਰ ਬਾਲ ਦਿਵਸ, ਜਿਹਨੂੰ ਰੀਸੈਂਟਲੀ ਪਿਛਲੇ ਹੀ ਸਾਲ ਸ਼੍ਰੀ ਨਰਿੰਦਰ ਮੋਦੀ ਜੀ ਨੇ ਅਨਾਉਂਸ ਕੀਤਾ ਸੀ ਕਿ ਹਰ ਸਾਲ ਵੀਰ ਬਾਲ ਦਿਵਸ is celebrated to pay homage to the courage of ਸਾਹਿਬਜ਼ਾਦਾਸ ਤੇ ਸਾਹਿਬਜ਼ਾਦਾਸ ਕੌਣ ਸੀ? 4 sons of Shri Guru Gobind Singh Ji, the last Sikh Guru। ਸੋ ਇਹ ਦੋਨੋਂ ਸਟੇਟਮੈਂਟ ਬਿਲਕੁਲ ਸਹੀ ਨੇ ਤੇ ਰਾਈਟ ਆਂਸਰ ਹੈ ਆਪਸ਼ਨ ਸੀ, both 1 and 2। Ministry of Home Affairs can designate individual as terrorist। ਕਿਹੜੇ ਐਕਟ ਦੇ ਅੰਦਰ, ਕਿਹੜੀ ਪ੍ਰੋਵੀਜ਼ਨਸ ਦੇ ਅੰਦਰ ਹੋਮ ਮਿਨਿਸਟਰੀ ਕਿਸੇ ਵੀ ਇੰਡੀਵਿਜੂਅਲ ਨੂੰ ਜੇ ਉਹਨੂੰ ਲੱਗੇ ਕਿ ਉਹ ਦੇਸ਼ ਦੇ ਖਿਲਾਫ ਕੋਈ ਐਕਟੀਵਿਟੀ ਕਰ ਰਿਹਾ ਹੈ ਉਹਨੂੰ ਆਤੰਕਵਾਦੀ ਟੈਰਰਿਸਟ ਡੈਜ਼ਿਗਨੇਟ ਕਰ ਸਕਦੀ ਹੈ, ਇਹ ਟਾਈਟਲ ਦੇ ਸਕਦੀ ਹੈ। ਸੋ ਉਹ ਹੈ UAPA ਐਕਟ, ਦ ਅਨਲੌਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਅਮੈਂਡਮੈਂਟ ਐਕਟ 2019। 32nd ਕੁਐਸਚਨ, ਗਲੋਬਲ ਰਿਸਕ ਰਿਪੋਰਟ 2021 ਵੈਰੀ ਇੰਪੋਰਟੈਂਟ, ਇਹਨੂੰ ਕੌਣ ਰਿਲੀਜ਼ ਕਰਦਾ ਹੈ? ਗਲੋਬਲ ਰਿਸਕ ਰਿਪੋਰਟ ਰਿਲੀਜ਼ ਕੀਤੀ ਜਾਂਦੀ ਹੈ WEF ਦੇ ਦੁਆਰਾ, ਵਰਲਡ ਇਕਨੋਮਿਕ ਫੋਰਮ। ਨੈਕਸਟ ਦੋ ਸਟੇਟਮੈਂਟ ਨੇ ਰਿਲੇਟਡ ਟੂ ਬ੍ਰਹਮੋਸ ਮਿਸਾਈਲ ਐਂਡ ਵੀ ਹੈਵ ਟੂ ਟੈਲ ਵਿਚ ਸਟੇਟਮੈਂਟ ਇਜ਼ ਕਰੈਕਟ। ਬ੍ਰਹਮੋਸ ਜੁਆਇੰਟ ਕੋਲੈਬੋਰੇਸ਼ਨ ਹੈ ਇੰਡੀਆ ਤੇ ਰਸ਼ੀਆ ਦਾ। ਇਹ ਅਲੱਗ ਤੋਂ ਵੀ ਤੁਹਾਨੂੰ ਕੁਐਸਚਨ ਆ ਸਕਦਾ ਹੈ ਕਿ ਕਿਹੜੀਆਂ ਦੋ ਕੰਟਰੀਜ਼ ਦਾ ਕੋਲੈਬੋਰੇਸ਼ਨ ਹੈ, ਕਿਉਂਕਿ ਬ੍ਰਹਮੋਸ ਮਿਸਾਈਲ ਬਾਰ-ਬਾਰ ਕਰੰਟ ਅਫੇਅਰ ਵਿੱਚ ਸੀ ਤੇ ਇਹ ਕੇਪੇਬਲ ਹੈ ਕਿ ਇਹਨੂੰ ਲਾਂਚ ਕੀਤਾ ਜਾ ਸਕੇ ਲੈਂਡ ਤੋਂ, ਸੀ ਤੋਂ, ਸਬ ਸੀ ਤੋਂ, 에ਅਰ ਅਗੇਂਸਟ ਸਰਫੇਸ ਐਂਡ ਸੀ ਬੇਸਡ ਟਾਰਗੇਟ। ਫੋਲੋਇੰਗ ਇੰਡੀਆਜ਼ ਐਂਟਰੀ ਇਨਟੂ ਮਿਸਾਈਲ ਟੈਕਨੋਲੋਜੀ ਕੰਟਰੋਲ ਰਜੀਮ, ਰੇਂਜ ਹੈ ਜਿਹੜੀ ਬ੍ਰਹਮੋਸ ਮਿਸਾਈਲ ਦੀ ਉਹਨੂੰ ਰਿਸਟ੍ਰਿਕਟ ਕਰਤਾ 300 ਕਿਲੋਮੀਟਰ ਤੱਕ। ਸੋ ਇਹ ਦੋਨੋਂ ਸਟੇਟਮੈਂਟ ਬਿਲਕੁਲ ਸਹੀ ਨੇ ਤੇ ਇਸ ਕੁਐਸਚਨ ਦਾ ਰਾਈਟ ਆਂਸਰ ਹੈ ਆਪਸ਼ਨ ਸੀ। ਐਕਸਪੈਂਡੀਚਰ ਲਿਮਿਟ, ਕੋਈ ਵੀ ਲੋਕ ਸਭਾ ਕਨਸਟੀਟੂਐਂਸੀ ਦਾ ਕੈਂਡੀਡੇਟ ਜਿਹੜਾ ਇਲੈਕਸ਼ਨ ਲੜਨ ਜਾ ਰਿਹਾ ਹੈ ਉਹ ਕਿੰਨਾ ਖਰਚਾ ਕਰ ਸਕਦਾ ਹੈ, ਇਸ ਚੀਜ਼ ਨੂੰ ਰੀਸੈਂਟਲੀ ਇਨਕਰੀਜ਼ ਕੀਤਾ ਗਿਆ ਸੀ। ਇੱਕ ਕਮੇਟੀ ਨੇ ਰეკਮੈਂਡ ਕੀਤਾ ਸੀ ਕਿ ਲੋਕ ਸਭਾ ਕਨਸਟੀਟੂਐਂਟ ਅਸੈਂਬਲੀ ਦੇ ਜਿਹੜੇ ਇਲੈਕਸ਼ਨ ਹੋਣੀਆਂ ਨੇ ਉਹਨਾਂ ਦਾ ਜਿਹੜਾ ਐਕਸਪੈਂਡੀਚਰ ਲਿਮਿਟ ਹੈ ਕੈਂਡੀਡੇਟਸ ਦਾ ਉਹਨੂੰ ਵਧਾਇਆ ਜਾ ਸਕੇ। ਜਿਹੜੀ ਇਹ ਕਮੇਟੀ ਸੀ ਜਿਹਨੇ ਇਹ ਰეკਮੈਂਡ ਕੀਤਾ
ਉਹਨੂੰ ਕਿਨੇ constitute ਕੀਤਾ ਸੀ? So the committee was constituted by election commission, option C. Next is again very important question. India ने currently bilateral free trade agreement ਕੀਤਾ ਹੈ ਕਿਹੜੀਆਂ countries ਦੇ ਨਾਲ? So ਇਹਨਾਂ ਚਾਰਾਂ ਦੇ ਵਿੱਚੋਂ ਕੀਤਾ ਹੈ ਜਾਪਾਨ ਤੇ ਸਿੰਗਾਪੁਰ ਨਾਲ, option C ਇਹਦਾ right answer। ਕਿਹੜੀ ਸਟੇਟ ਨੇ ਲਾਂਚ ਕੀਤੀ ਹੈ ਇੱਕ ਵੈਲਫੇਅਰ ਸਕੀਮ ਮੁੱਖ ਮੰਤਰੀ ਬਾਲ ਸੇਵਾ ਯੋਜਨਾ ਬੱਚਿਆਂ ਦੇ ਲਈ ਜਿਨ੍ਹਾਂ ਨੇ ਕੋਵਿਡ-19 ਪੈਂਡੈਮਿਕ ਦੇ ਦੌਰਾਨ ਆਪਣੇ ਪੇਰੈਂਟਸ ਨੂੰ ਖੋਇਆ ਹੈ? ਸੋ ਇਹ ਜਿਹੜੀ ਸਕੀਮ ਹੈ ਇਹ ਹੈ ਉੱਤਰ ਪ੍ਰਦੇਸ਼ ਦੀ, option 2। ਨੈਕਸਟ ਰਿਲੇਟਡ ਟੂ ਬੁੱਕ ਦਾ ਨਾਮ ਹੈ ਲੈਂਗੁਏजेस ਆਫ ਟਰੂਥ ਐਸੇਸ 2003-2020 ਤੱਕ। ਕਿਹਨੇ ਆਥਰ ਕੀਤਾ ਹੈ? ਸੋ ਇਹਨੂੰ ਲਿਖਿਆ ਹੈ ਸਲਮਾਨ ਰੁਸ਼ਦੇ, option D। Option 4th. Which of the following has announced the launch of Azadi @75 star rating protocol of garbage free cities toolkit 2022? So A initiative है housing ਤੇ urban affairs ministry ਦਾ, option B ਇਹਦਾ right answer है। ਇੰਡੀਆ ਤੇ ਯੂਰੋਪੀਅਨ ਇਨਵੈਸਟਮੈਂਟ ਬੈਂਕ ਨੇ ਇੱਕ ਫਾਈਨਾਂਸ ਕੰਟਰੈਕਟ ਸਾਈਨ ਕੀਤਾ ਹੈ ਜਿਹਦੇ ਅੰਦਰ ਜਿਹੜੀ ਲੋਨ ਅਮਾਉਂਟ ਹੈ ਉਹ ਹੈ ਯੂਰੋ 250 ਮਿਲੀਅਨ ਦੀ। ਲੋਨ ਸਾਈਨ ਕੀਤਾ ਗਿਆ ਕਿਹੜੇ ਪ੍ਰੋਜੈਕਟ ਨੂੰ ਫੰਡ ਕਰਨ ਦੇ ਲਈ? ਇਹ ਵੀ ਕੁਐਸਚਨ ਬਹੁਤ ਇੰਪੋਰਟੈਂਟ ਹੈ ਕਰੰਟ ਅਫੇਅਰ ਦਾ। ਸੋ ਇਹ ਲੋਨ ਹੋਊਗਾ ਆਗਰਾ ਮੈਟਰੋ ਰੇਲ ਪ੍ਰੋਜੈਕਟ ਦੇ ਲਈ। ਸੋ ਇੰਡੀਅਨ ਤੇ ਨਾਲ ਯੂਰੋਪੀਅਨ ਇਨਵੈਸਟਮੈਂਟ ਬੈਂਕ। ਐਲਬੀਨੋ ਇੰਡੀਅਨ ਫਲੈਪਸ਼ੈਲ ਟਰਟਲ ਇਹਨੂੰ ਰੀਸੈਂਟਲੀ ਸਪੌਟ ਕੀਤਾ ਗਿਆ, ਦੇਖਿਆ ਗਿਆ ਕਿੱਥੇ? ਸਿਰਨਾਪਲੀ ਫੋਰੈਸਟ ਇਨ ਨਿਜ਼ਾਮਾਬਾਦ ਤੇਲੰਗਾਨਾ। IUCN ਸਟੇਟਸ ਦੇ ਵਿੱਚ ਇਹ ਕਿਹੜੀ ਕੈਟੇਗਰੀ ਚ ਆਉਂਦਾ? ਸੋ ਇਸ ਤਰ੍ਹਾਂ ਦਾ ਤੁਹਾਨੂੰ ਇੱਕ ਜਾਂ ਦੋ ਕੁਐਸਚਨ ਜ਼ਰੂਰ ਐਗਜ਼ਾਮਸ ਦੇਖਣ ਨੂੰ ਮਿਲ ਸਕਦੇ ਨੇ ਕਰੰਟ ਬੇਸਡ। ਸੋ IUCN ਦਾ ਸਟੇਟਸ ਹੈ ਐਲਬੀਨੋ ਇੰਡੀਅਨ ਫਲੈਪਸ਼ੈਲ ਟਰਟਲ ਦਾ ਵਨਰੇਬਲ, option B। 41st question, Kamalpreet Kaur finished 6th in the women discus throw competition Olympic Games ਜੋ ਟੋਕੀਓ ਵਿੱਚ ਹੋਈਆਂ ਸੀ। ਕਮਲਪ੍ਰੀਤ ਕਿਹੜੀ ਸਟੇਟ ਨੂੰ ਬਿਲੋਂਗ ਕਰਦੇ ਆ? ਸੋ ਕਮਲਪ੍ਰੀਤ ਨੇ ਪੰਜਾਬ ਸਟੇਟ ਤੋਂ, option 4th is the right answer। ਵਰਲਡ ਸਪੇਸ ਵੀਕ 2021 ਦਾ ਥੀਮ ਕੀ ਸੀ? ਸੋ ਇਹਦਾ ਥੀਮ ਸੀ ਵਿਮਨ ਇਨ ਸਪੇਸ। ਰੀਸੈਂਟਲੀ ਹਾਲ ਹੀ ਦੇ ਵਿੱਚ ਕਿਹੜੀ ਕੰਪਨੀ ਨੇ ਪੂਰਾ 100% ਸਟੇਕ ਲੈ ਲਿਆ, ਸ਼ੇਅਰ ਲੈ ਲਿਆ ਡਿਜੀਟਲ ਲੈਂਡਿੰਗ ਸਟਾਰਟਅਪ ਕ੍ਰੈਡਿਟਮੇਟ ਵਿੱਚ? ਸੋ ਕ੍ਰੈਡਿਟਮੇਟ ਵਿੱਚ 100% ਸਟੇਕ ਲੈਣ ਵਾਲੀ ਕੰਪਨੀ ਹੈ Paytm, option C। Next is which of the following are the winners of 2021 Global Leadership Award? ਇਹ ਅਵਾਰਡ ਕੌਣ ਦਿੰਦਾ ਹੈ? US ਇੰਡੀਆ ਬਿਜ਼ਨਸ ਕਾਉਂਸਿਲ। ਇਹਦੇ ਜੇਤੂ ਰਹੇ ਨੇ ਸ਼ਿਵ ਨਾਡਰ ਤੇ ਮਲਿਕਾ ਸ਼੍ਰੀਨਿਵਾਸਨ, option B ਇਹਦਾ right answer ਹੈ। Next is very important theme, ਜਨ ਔਸ਼ਧੀ ਦਿਵਸ 2022 ਦਾ ਥੀਮ ਕੀ ਸੀ? ਸੋ ਇਹਦਾ ਥੀਮ ਸੀ, option A ਜਨ ਔਸ਼ਧੀ ਜਨ ਉਪਯੋਗੀ। ਵਾਟਰ ਪਾਣੀ ਦਾ pH ਲੈਵਲ ਕਿੰਨਾ ਹੁੰਦਾ ਹੈ? ਸੋ ਪਾਣੀ ਦਾ pH ਲੈਵਲ ਹੁੰਦਾ ਹੈ 7, ਇਹ ਹੁੰਦਾ ਹੈ ਨਿਊਟਰਲ। ਕੋਈ ਵੀ ਐਸਿਡ ਬਲੂ ਲਿਟਮਸ ਪੇਪਰ ਨੂੰ ਕਿਹੜੇ ਰੰਗ ਵਿੱਚ ਬਦਲਦਾ ਹੈ? ਸੋ ਉਹ ਬਦਲਦਾ ਹੈ ਰੈੱਡ ਕਲਰ ਵਿੱਚ, option C। ਨਿਊਟਨ ਦੇ ਸੈਕੰਡ ਲਾਅ ਆਫ ਮੋਸ਼ਨ ਦੇ ਅਨੁਸਾਰ ਜਦੋਂ ਵੀ ਮੋਮੈਂਟਮ ਚੇਂਜ ਹੁੰਦਾ ਪਰ ਯੂਨਿਟ ਟਾਈਮ ਤਾਂ ਕਿਹਦੇ ਬਰਾਬਰ ਹੁੰਦਾ? ਸੋ ਉਹ ਬਰਾਬਰ ਹੁੰਦਾ ਹੈ ਫੋਰਸ ਤੇ, option A। ਨੇਮ ਦ ਪਾਰਟ ਆਫ ਆਈ, ਅੱਖ ਦਾ ਕਿਹੜਾ ਇਹ ਜਿਹਾ ਹਿੱਸਾ ਹੈ ਜਿਹਦੇ ਉੱਤੇ ਇਮੇਜ ਬਣਦੀ ਹੈ? ਸੋ on which image is formed, that is cornea, option A। Next is UGC University Grants Commission ਨੇ ਇੱਕ ਸਕੀਮ ਲਾਂਚ ਕੀਤੀ ਹੈ so that ਜਿਹੜਾ ਯੂਨੀਵਰਸਿਟੀਜ਼ ਦੇ ਅੰਦਰ ਇੱਕ ਰਿਸਰਚ ਕਲਚਰ ਹੈ ਉਹਨੂੰ ਹੋਰ ਜ਼ਿਆਦਾ ਬੂਸਟ ਅਪ ਕੀਤਾ ਜਾ ਸਕੇ। ਇਹਦੇ ਲਈ ਸਕੀਮ ਆਈ ਹੈ STRIDE, option B। Next is who among the following was the Governor General of India? C.V. Rajagopalacharya ਤੋਂ ਸਭ ਪਹਿਲਾਂ immediately ਪਹਿਲਾਂ ਗਵਰਨਰ ਜਨਰਲ ਇੰਡੀਆ ਦੇ ਕੌਣ ਸੀ? ਸੋ ਜਦੋਂ ਦੇਸ਼ ਦੀ ਆਜ਼ਾਦੀ ਹੋਈ ਉਸ ਸਮੇਂ ਸੀ ਲਾਰਡ ਮਾਊਂਟਬੈਟਨ, option B। Which one of the following categories of dispute is excluded from the original jurisdiction of Supreme Court? Supreme Court ਦੀ original jurisdiction ਬਾਰੇ ਤੁਸੀਂ ਹਰ ਐਗਜ਼ਾਮ 'ਚ ਕਿਵੇਂ ਨਾ ਕਿਵੇਂ ਡਾਇਰੈਕਟਲੀ ਇਨਡਾਇਰੈਕਟਲੀ ਚਾਹੇ ਦੀ ਪ੍ਰੋਵੀਜ਼ਨ ਪੁੱਛੀ ਜਾਵੇ ਜਾਂ original jurisdiction ਦੇ ਵਿੱਚ ਕੀ ਆਉਂਦਾ ਹੈ ਇਹ ਡੈਫੀਨੇਟਲੀ ਪੁੱਛਿਆ ਜਾਂਦਾ ਹੈ। ਸੋ ਆਰਟੀਕਲ 32 ਆਰਟੀਕਲ 226 ਹੋ ਗਿਆ ਜਾਂ ਫਿਰ ਰਿਟਸ ਹੋ ਗਿਆ ਅਲੱਗ ਤੋਂ ਤੇ ਇਹ jurisdictions ਹੋ ਗਈਆਂ ਪੈਕਿਊਨਰੀ jurisdiction, ਰਿਵਿਊ ਹੋ ਗਿਆ ਜੁਡੀਸ਼ੀਅਲ ਰਿਵਿਊ ਜਾਂ ਫਿਰ ਐਪੀਲੇਟ jurisdiction। ਇਹ ਸਾਰੇ ਬੇਸਿਕ ਕੁਐਸਚਨ ਨੇ ਜਿਹੜੇ ਤੁਸੀਂ ਐਗਜ਼ਾਮ ਦੇ ਲਈ ਜ਼ਰੂਰ ਤਿਆਰ ਕਰਕੇ ਜਾਣੇ ਨੇ।
ਸੋ ਕੁਐਸਚਨ ਹੈ ਕਿ ਇਹਨਾਂ ਚਾਰਾਂ ਦੇ ਵਿੱਚੋਂ ਸੁਪਰੀਮ ਕੋਰਟ ਦੀ ਓਰੀਜਨਲ ਜੁਰਿਸਡਿਕਸ਼ਨ ਵਿੱਚ ਕਿਹੜਾ ਡਿਸਪਿਊਟ ਨਹੀਂ ਆਉਂਦਾ, ਐਕਸਕਲੂਡਡ। ਸੋ ਉਹ ਹੈ ਆਪਸ਼ਨ ਸੀ, ਜਦੋਂ ਦੋ ਜਾਂ ਦੋ ਤੋਂ ਜ਼ਿਆਦਾ ਸਟੇਟਸ ਦੇ ਰੈਜ਼ੀਡੈਂਟਸ ਨਾਗਰਿਕਾਂ ਦੇ ਵਿਚਕਾਰ ਕੋਈ ਲੜਾਈ ਹੋਵੇ, ਉਹ ਸੁਪਰੀਮ ਕੋਰਟ ਦੀ ਓਰੀਜਨਲ ਜੁਰਿਸਡਿਕਸ਼ਨ ਵਿੱਚ ਨਹੀਂ ਆਉਂਦਾ, ਉੱਥੇ ਸੁਪਰੀਮ ਕੋਰਟ ਸਿੱਧਾ ਕੇਸ ਹੈਂਡਲ ਨਹੀਂ ਕਰ ਸਕਦੀ। ਨੈਕਸਟ ਹੈ ਵੈਰੀ ਇੰਪੋਰਟੈਂਟ, ਇੱਕ ਲਿਸਟ ਵਿੱਚ 3 ਅਮੈਂਡਮੈਂਟਸ ਨੇ ਤੇ ਉਹਨਾਂ ਦਾ ਪਰਪਸ ਹੈ ਸੈਕੰਡ ਲਿਸਟ ਵਿੱਚ ਆਪਾਂ ਨੇ ਇਹਨਾਂ ਨੂੰ ਸਹੀ ਕਰੈਕਟਲੀ ਮੈਚ ਕਰਨਾ ਹੈ। ਸੋ ਇਹਦਾ ਰਾਈਟ ਆਨਸਰ ਹੈ ਆਪਸ਼ਨ ਡੀ। ਫਰਸਟ ਅਮੈਂਡਮੈਂਟ ਰਿਲੇਟ ਕਰਦੀ ਹੈ ਟੂ ਪਲੇਸ ਰੀਜ਼ਨੇਬਲ ਰਿਸਟ੍ਰਿਕਸ਼ਨ ਔਨ ਫਰੀडम ਆਫ ਸਪੀਚ। 98th amendment ਹੈ ਟੂ empower governor of Karnataka to take step to develop Hyderabad Karnataka region ਤੇ 7ਵੀਂ ਅਮੈਂਡਮੈਂਟ ਡੀਲ ਕਰਦੀ ਹੈ ਸਟੇਟਸ ਨੂੰ ਲਿੰਗੁਇਸਟਿਕ ਲਾਈਨਸ ਦੇ ਉੱਤੇ ਰੀਆਰਗੇਨਾਈਜ਼ ਕਰਨਾ। Next is who among the following advocated partyless democracy in India? So OC JP Narayan option C. CAG CAG ਕੰਪਟਰੋਲਰ ਆਡੀਟਰ ਜਨਰਲ ਹੋ ਗਿਆ, ਪਰਸ ਕਿਹਦੇ ਕੋਲ ਹੁੰਦਾ ਹੈ ਜਾਂ ਫਿਰ ਕੋਈ ਹੋਰ ਇਸ ਤਰ੍ਹਾਂ ਦਾ ਰਿਲੇਟਡ ਫਾਈਨੈਂਸ ਰਿਲੇਟਡ ਕੁਐਸਚਨ ਤੁਸੀਂ ਐਗਜ਼ਾਮ ਦੇ ਲਈ ਡੈਫੀਨਿਟਲੀ ਤਿਆਰ ਕਰਕੇ ਜਾਣਾ ਹੈ। ਕੈਗ ਨੂੰ ਪ੍ਰੈਜ਼ੀਡੈਂਟ ਅਪਾਇੰਟ ਕਰਦੇ ਨੇ ਕਿਹਦੀ ਰეკਮੈਂਡੇਸ਼ਨ ਉੱਤੇ? ਸੋ ਰეკਮੈਂਡੇਸ਼ਨ ਹੁੰਦੀ ਹੈ ਪ੍ਰਧਾਨ ਮੰਤਰੀ ਦੀ, ਆਪਸ਼ਨ ਏ ਇਹਦਾ ਰਾਈਟ ਆਨਸਰ ਹੈ। ਭਾਰਤ ਦੇ ਅੰਦਰ ਮੇਨ ਪੋਲੀਟੀਕਲ ਪਾਵਰ ਕਿੱਥੋਂ ਆਉਂਦੀ ਹੈ? ਸੋ ਉਹ ਆਉਂਦੀ ਹੈ ਭਾਰਤ ਦੇ ਲੋਕਾਂ ਤੋਂ, ਦ ਪੀਪਲ। ਰਾਈਟ ਟੂ ਵੋਟ ਕਿਸ ਕੈਟੇਗਰੀ ਚ ਆਉਂਦਾ? ਰਾਈਟ ਟੂ ਵੋਟ ਇੱਕ ਸੰਵਿਧਾਨਿਕ ਅਧਿਕਾਰ ਹੈ, ਆਪਸ਼ਨ ਬੀ ਕਨਸਟੀਟਿਊਸ਼ਨਲ ਰਾਈਟ। ਐਮਰਜੈਂਸੀ ਪ੍ਰੋਵੀਜ਼ਨ ਨੇ ਜਿਹੜੀਆਂ ਸੰਵਿਧਾਨ ਦੇ ਅੰਦਰ ਕਿਹੜੇ ਦੇਸ਼ ਦੇ ਸੰਵਿਧਾਨ ਚੋਂ ਬੋਰੋ ਕੀਤੀਆਂ ਨੇ, ਲਈਆਂ ਨੇ? ਸੋ ਉਹ ਲਈਆਂ ਨੇ ਵੇਈਮਾਰ ਕਨਸਟੀਟਿਊਸ਼ਨ, ਆਪਸ਼ਨ ਏ। Next is very important question related to 103rd constitutional amendment. So ਪਹਿਲੀ statement ਕਹਿ ਰਹੀ ਹੈ ਜਿਹੜਾ ਐਕਟ ਹੈ ਪ੍ਰੋਵਾਈਡ ਕਰਦਾ ਹੈ, ਇਹ ਜਿਹੜਾ amendment ਐਕਟ ਹੈ ਪ੍ਰੋਵਾਈਡ ਕਰਦਾ ਹੈ 10% reservation ਗਵਰਨਮੈਂਟ ਜੌਬਸ ਦੇ ਅੰਦਰ, ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਅੰਦਰ, ਕਿਹਦੇ ਲਈ? ਜਿਹੜੇ ਜਨਰਲ ਕੈਟੇਗਰੀ ਦੇ ਵੀਕਰ ਸੈਕਸ਼ਨ ਦੇ ਲੋਕ ਨੇ ਤੇ ਵੀਕਰ ਵੀ ਇਕਨੋਮਿਕਲੀ ਵੀਕਰ। ਦੂਜੀ ਸਟੇਟਮੈਂਟ ਕਹਿ ਰਹੀ ਹੈ ਕਿ ਜਿਹੜੀ 10% ਦੀ ਰਿਜ਼ਰਵੇਸ਼ਨ ਹੈ ਇਹ ਜਿਹੜੀ ਆਲਰੇਡੀ 50% ਰਿਜ਼ਰਵੇਸ਼ਨ ਮਿਲਦੀ ਹੈ SC ST ਅਦਰ ਬੈਕਵਰਡ ਕਲਾਸਿਸ ਨੂੰ, ਉਹਦੇ ਤੋਂ ਇਲਾਵਾ ਹੈ ਐਡੀਸ਼ਨਲ ਹੈ। ਤੀਜੀ ਸਟੇਟਮੈਂਟ ਕਹਿ ਰਹੀ ਹੈ ਇਹਦੇ ਨਾਲ ਸਿਰਫ ਜਿਹੜੇ ਅਪਰ ਕਾਸਟ ਦੇ ਹਿੰਦੂ ਰਿਲੀਜਨ ਦੇ ਲੋਕ ਨੇ ਉਹ ਕਵਰ ਹੋਣਗੇ। ਸੋ ਥਰਡ ਸਟੇਟਮੈਂਟ ਬਿਲਕੁਲ ਗਲਤ ਹੈ, ਪਹਿਲੀਆਂ ਦੋ ਸਹੀ ਨੇ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ A 1 and 2 ਓਨਲੀ। ਨੈਕਸਟ ਅਮੀਰ ਖੁਸਰੋ ਦੇ ਨਾਲ ਰਿਲੇਟਡ ਕਿਹੜੀ ਸਟੇਟਮੈਂਟ ਸਹੀ ਹੈ? ਸੋ these both statements are absolutely correct and right answer is option C both 1 and 2। ਇਹ ਨਿਜ਼ਾਮੁਦੀਨ ਔਲੀਆ ਦੇ ਸੂਫੀਜ਼ਮ ਦੇ ਨਾਲ ਬਹੁਤ ਇੰਪੋਰਟੈਂਟ ਨੇਮ ਹੈ, ਰਿਲੇਟਡ ਹੈ, ਉਹਨਾਂ ਦੇ ਡਿਸਿਪਲ ਸੀ। ਨਾਲ ਹੀ ਇਹਨਾਂ ਨੇ ਖੋਜ ਕੀਤੀ ਸੀ ਹਿੰਦੁਸਤਾਨੀ ਕਲਾਸੀਕਲ 뮤직 ਦੀ ਵੀ ਤੇ ਕਵਾਲੀ ਦੀ ਵੀ। ਟਾਂਕਾ ਤੇ ਜਿੱਟਲ ਦਿੱਲੀ ਸਲਤਨਤ ਦੇ ਸਮੇਂ ਕਿਹਨੇ ਇੰਟਰੋਡਿਊਸ ਕੀਤੇ? ਸੋ ਪਹਿਲੀ ਵਾਰ ਇਹ ਕੀਤੇ ਸੀ ਇਲਤੁਤਮਿਸ਼ ਨੇ, ਆਪਸ਼ਨ ਸੀ ਇਹਦਾ ਰਾਈਟ ਆਨਸਰ ਹੈ। ਇਹਨਾਂ ਚਾਰਾਂ ਦੇ ਵਿੱਚੋਂ ਕਿਹੜੀ ਲੜਾਈ ਸਹੀ ਮੈਚ ਨਹੀਂ ਹੋ ਰਹੀ, ਈਅਰ ਸਹੀ ਮੈਚ ਨਹੀਂ ਹੋ ਰਿਹਾ? ਸੋ ਉਹ ਹੈ ਆਪਸ਼ਨ ਸੀ ਫਰਸਟ ਬੈਟਲ ਆਫ ਪਾਨੀਪਤ। The right is date is particularly 21 ਅਪ੍ਰੈਲ 1526। With reference to Indus Valley Civilization, ਚਾਰ ਸਟੇਟਮੈਂਟਸ ਨੇ, ਆਪਾਂ ਨੇ ਦੱਸਣਾ ਹੈ ਕਿਹੜੀ ਸਟੇਟਮੈਂਟ ਸਹੀ ਹੈ। ਸੋ ਇਹਨਾਂ ਚਾਰਾਂ ਦੇ ਵਿੱਚੋਂ ਸਿਰਫ ਤੀਜੀ ਤੇ ਚੌਥੀ ਸਟੇਟਮੈਂਟ ਸਹੀ ਹੈ। ਲਿੰਗਾ ਵਰਸ਼ਿਪ ਨਾਲ ਰਿਲੇਟਡ, ਲੋਥਾਲ ਨਾਲ ਰਿਲੇਟਡ ਕਿ ਇੰਪੋਰਟੈਂਟ ਟ੍ਰੇਡ ਪੁਆਇੰਟ ਸੀ, ਇਹਦਾ ਬਾਰ-ਬਾਰ ਕੁਐਸਚਨ ਆਉਂਦਾ। ਪਹਿਲੀ ਸਟੇਟਮੈਂਟ ਜਿਹੜੀ ਕਹਿ ਰਹੀ ਹੈ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਬਿਗੇਸਟ ਐਕਸਪੋਰਟਰ ਸੀ ਸੈਮੀ ਪ੍ਰੀਸ਼ੀਅਸ ਸਟੋਨਸ ਦੀ, ਇਹ ਬਿਲਕੁਲ ਗਲਤ ਹੈ। ਐਗਰੀਕਲਚਰ ਪ੍ਰੋਡਕਟ ਇੰਪੋਰਟ ਕਰਨੇ ਪੈਂਦੇ ਸੀ, ਐਗਰੀਕਲਚਰ ਪ੍ਰੋਡਕਟਸ ਇੰਡੀਆ ਦੇ ਵਿੱਚ ਹੀ ਤਿਆਰ ਕੀਤੇ ਜਾਂਦੇ ਸੀ। ਨੈਕਸਟ ਸਟੇਟਮੈਂਟ ਹੈ ਫਿਸ਼ਿੰਗ। ਫਿਸ਼ਿੰਗ ਇੱਕ ਰੈਗੂਲਰ ਆਕੂਪੇਸ਼ਨ ਸੀ। ਹੰਟਿੰਗ ਤੇ ਬੁਲ ਫਾਈਟਿੰਗ ਬੈਂਡ ਸੀ, ਹੰਟਿੰਗ ਬੈਂਡ ਨਹੀਂ ਸੀ। ਸੋ ਪਹਿਲੀਆਂ ਦੋ ਸਟੇਟਮੈਂਟ ਗਲਤ ਨੇ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਬੀ। ਨੈਕਸਟ ਇਜ਼ ਵੈਰੀ ਇੰਪੋਰਟੈਂਟ ਬਾਰਦੋਲੀ ਸੱਤਿਆਗ੍ਰਹਿ। ਸੋ ਬਾਰਦੋਲੀ ਸੱਤਿਆਗ੍ਰਹਿ ਨਾਲ ਲੈ ਕੇ ਦੋ ਸਟੇਟਮੈਂਟ ਨੇ। ਪਹਿਲੀ ਸਟੇਟਮੈਂਟ ਹੈ ਕਿ ਇਹ ਪਲੇਗ ਬੋਨਸ ਜਿਹੜਾ ਮਿਲ ਓਨਰਸ ਨੇ ਵਿਡਰਾ ਕਰ ਲਿਆ ਸੀ ਉਹਦੇ ਅਗੇਂਸਟ ਲੜਾਈ ਸੀ ਬਾਰਦੋਲੀ ਸੱਤਿਆਗ੍ਰਹਿ ਦੀ। ਦੂਜੀ ਸਟੇਟਮੈਂਟ ਕਹਿ ਰਹੀ ਹੈ ਕਿ ਇਸ ਸੱਤਿਆਗ੍ਰਹਿ ਦੇ ਸਮੇਂ ਵੱਲਭ ਭਾਈ ਪਟੇਲ ਨੂੰ ਸਰਦਾਰ ਦਾ ਟਾਈਟਲ ਦਿੱਤਾ ਗਿਆ ਸੀ। ਸੋ ਦੂਜੀ ਸਟੇਟਮੈਂਟ ਸਹੀ ਹੈ, ਰਾਈਟ ਆਨਸਰ ਇਜ਼ ਆਪਸ਼ਨ ਬੀ 2 ਓਨਲੀ।
ਸੋ ਜਿਹੜੇ ਬਾਰਦੌਲੀ ਸੱਤਿਆਗ੍ਰਹਿ ਸੀ ਬੇਸਿਕਲੀ ਅਨਜਸਟ ਟੈਕਸ ਰੇਜ਼ ਕਰਨ ਦੇ ਅਗੇਂਸਟ ਇਹ ਇੰਡੀਪੈਂਡੈਂਟ ਸਟਰਗਲ ਸਟਾਰਟ ਕੀਤੀ ਸੀ। ਨੈਕਸਟ ਇਜ਼ 65th ਕੁਐਸਚਨ 1939 ਵਿੱਚ ਕਾਂਗਰਸ ਮਿਨਿਸਟਰੀ ਨੇ ਸਟੇਟ ਲੈਜਿਸਲੇਚਰ ਦੇ ਵਿੱਚ ਰੈਜ਼ਿਗਨੇਸ਼ਨ ਦਿੱਤਾ ਸੀ ਕਿਸ ਚੀਜ਼ ਦੇ ਰਿਐਕਸ਼ਨ ਦੇ ਤੌਰ ਤੇ। ਸੋ ਉਹ ਸੀ ਆਪਸ਼ਨ ਏ ਇੰਡੀਅਨਸ ਨੂੰ ਇੱਕ ਬੈਲੀਜਰੈਂਟ ਸਟੇਟ ਡਿਕਲੇਅਰ ਕਰਤਾ ਸੀ ਬਿਨਾਂ ਇੰਡੀਅਨ ਲੋਕਾਂ ਨੂੰ ਕੰਸਲਟ ਕੀਤੇ। ਸੋ ਉਹਨਾਂ ਨੂੰ ਇੱਕ ਯੁੱਧ ਦਾ ਹਿੱਸਾ ਬਣਾਤਾ ਸੀ declaring India as a belligerent state without consulting Indian people. A machine with strong brake but no engine. ਜਵਾਹਰਲਾਲ ਨਹਿਰੂ ਨੇ ਕਿਸ ਚੀਜ਼ ਦੇ ਲਈ ਇਹ ਰਿਮਾਰਕ ਦਿੱਤਾ ਸੀ? ਸੋ ਇਹ ਦਿੱਤਾ ਸੀ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਰਿਐਕਸ਼ਨ ਦੇ ਤੌਰ ਤੇ। Next is which one of the following actively discouraged the notion of separate Pakistan? ਅਲੱਗ ਪਾਕਿਸਤਾਨ ਦੀ ਜਿਹੜੀ ਗੱਲ ਹੁੰਦੀ ਸੀ ਉਹਨੂੰ ਕਿਹੜਾ ਇੱਕ ਇੰਪੋਰਟੈਂਟ ਆਫਰ ਜਾਂ ਪਲਾਨ ਜਾਂ ਮਿਸ਼ਨ ਸੀ ਜਿਹੜਾ ਪੂਰੀ ਤਰ੍ਹਾਂ ਨਕਾਰਦਾ ਸੀ ਡਿਸਕਰੇਜ ਕਰਦਾ ਸੀ ਕਿ ਸੈਪਰੇਟ ਪਾਕਿਸਤਾਨ ਨਹੀਂ ਹੋਣਾ ਚਾਹੀਦਾ, ਸੈਪਰੇਟ ਦੇਸ਼ ਨਹੀਂ ਹੋਣਾ ਚਾਹੀਦਾ, ਇੰਡੀਆ ਦੇ ਦੋ ਹਿੱਸੇ ਨਹੀਂ ਹੋਣੇ ਚਾਹੀਦੇ। ਸੋ ਉਹ ਸੀ ਆਪਸ਼ਨ ਡੀ ਕੈਬਨਿਟ ਮਿਸ਼ਨ ਪਲਾਨ। ਕਿਹੜਾ ਐਕਟ ਪਾਸ ਕੀਤਾ ਗਿਆ ਰੈਲੇ ਕਮਿਸ਼ਨ ਦੀ ਰეკਮੈਂਡੇਸ਼ਨ ਤੋਂ ਬਾਅਦ? ਵੈਰੀ ਇੰਪੋਰਟੈਂਟ। ਸੋ ਉਹ ਸੀ ਆਪਸ਼ਨ ਬੀ ਇੰਡੀਅਨ ਯੂਨੀਵਰਸਿਟੀਜ਼ ਐਕਟ 1904। ਬਾਕੀ ਤੁਸੀਂ ਲਾਰਡ ਰਿਪਨ ਹੋ ਗਿਆ, ਮਿੰਟੋ, ਇਹਨਾਂ ਦੇ ਜੋ ਵੀ ਲਿਨਲਿਥਗੋ ਹੋ ਗਏ, ਇਹਨਾਂ ਦੇ ਜੋ ਵੀ ਮੇਜਰ ਇਹਨਾਂ ਨੇ ਕੰਮ ਕੀਤੇ, ਕੁਝ ਬੈਡ ਕੁਝ ਗੁੱਡ, ਸਾਰੇ ਤੁਹਾਨੂੰ ਐਗਜ਼ਾਮ ਦੇ ਲਈ ਜ਼ਰੂਰ ਪਤਾ ਹੋਣੇ ਚਾਹੀਦੇ ਨੇ। With reference to Indian history, members of Constituent Assembly from the provinces were. So Constituent Assembly ਦੇ ਮੈਂਬਰ provinces ਚੋਂ elected ਸੀ ਤੇ ਉਹਨਾਂ ਨੂੰ elect ਕੀਤਾ ਸੀ provincial legislative assemblies ਨੇ। Option C is the right answer. Manifesto ਜਿਹਦਾ ਨਾਮ ਸੀ The Revolutionary, ਉਹਨੂੰ ਐਵੀਡੈਂਸ ਦੇ ਤੌਰ ਤੇ ਪ੍ਰੋਡਿਊਸ ਕੀਤਾ ਗਿਆ ਸੀ ਕਕੋਰੀ ਕਨਸਪੀਰੇਸੀ ਕੇਸ 1925 ਵਿੱਚ। ਇਹ ਕੇਸ ਵੀ ਬਹੁਤ ਇੰਪੋਰਟੈਂਟ ਹੈ, ਲਾਹੌਰ ਕਨਸਪੀਰੇਸੀ ਦਾ ਹੋ ਗਿਆ, ਕਕੋਰੀ ਕਨਸਪੀਰੇਸੀ, ਇਹ ਵੀ ਐਗਜ਼ਾਮ ਵਿੱਚ ਤੁਹਾਨੂੰ ਆ ਸਕਦੇ ਨੇ। ਇਹਨੂੰ ਕਿਹਨੇ ਲਿਖਿਆ ਸੀ? ਰੈਵੋਲੂਸ਼ਨਰੀ ਨੂੰ ਲਿਖਿਆ ਸੀ ਸਚਿੰਦਰ ਨਾਥ ਸਨਿਆਲ ਨੇ। ਆਪਸ਼ਨ ਏ। Which of the following instrument are included under small saving scheme? Small saving scheme ਵਿੱਚ ਇਹ ਚਾਰੋਂ ਹੀ ਆਉਂਦੇ ਨੇ। ਨੈਸ਼ਨਲ ਸੇਵਿੰਗ ਸਰਟੀਫਿਕੇਟ ਹੋ ਗਿਆ, ਪੀਪੀਐਫ ਹੋ ਗਿਆ, ਕਿਸਾਨ ਵਿਕਾਸ ਪੱਤਰ ਹੋ ਗਿਆ, ਸੁਕੰਨਿਆ ਸਮਰਿੱਧੀ ਸਕੀਮ। ਸੋ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਸਰਪੇਸ਼ ਕੀ ਹੈ? ਸਰਪੇਸ਼ ਇੱਕ ਇਹੋ ਜਿਹਾ ornament ਹੈ ਜਿਹੜਾ ਟਰਬਨ ਦੇ ਫਰੰਟ ਉੱਤੇ ਵੇਅਰ ਕੀਤਾ ਜਾਂਦਾ ਹੈ। ਆਪਸ਼ਨ ਸੀ ਇਹਦਾ ਰਾਈਟ ਆਨਸਰ ਹੈ। ਹੋਲੇ ਮਹੱਲੇ ਦਾ ਫੇਅਰ ਹਰ ਸਾਲ ਕਿੱਥੇ ਸੈਲੀਬ੍ਰੇਟ ਕੀਤਾ ਜਾਂਦਾ ਹੈ? ਹੋਲਾ ਮਹੱਲਾ ਫੇਅਰ ਸੈਲੀਬ੍ਰੇਟਡ ਐਟ ਅਨੰਦਪੁਰ ਸਾਹਿਬ। Which movement known as ਨਾਮਧਾਰੀ ਮਿਸ਼ਨ? ਨਾਮਧਾਰੀ ਮਿਸ਼ਨ ਕਿਹਾ ਜਾਂਦਾ ਹੈ ਕੂਕਾ ਮੂਵਮੈਂਟ ਨੂੰ। ਆਪਸ਼ਨ ਏ। ਫਤਿਹ ਬੁਰਜ ਜਿਹਨੂੰ ਵਿਕਟਰੀ ਟਾਵਰ ਕਿਹਾ ਜਾਂਦਾ ਹੈ, ਬੰਦਾ ਸਿੰਘ ਬਹਾਦਰ ਜੀ ਦੀ ਮੈਮਰੀ ਦੇ ਵਿੱਚ ਕੰਸਟਰਕਟ ਕੀਤਾ ਗਿਆ ਕਿੱਥੇ? ਸੋ ਉਹ ਹੈ ਆਪਸ਼ਨ ਏ ਮੋਹਾਲੀ। When was the ਪੰਜਾਬ ਐਂਡ ਪੈਪਸੂ ਮਰਜ? ਪੰਜਾਬ ਰੀਆਰਗੇਨਾਈਜੇਸ਼ਨ ਐਕਟ ਹੋ ਗਿਆ। ਸੋ ਇਸ ਤਰ੍ਹਾਂ ਦੀ ਬੇਸਿਕ ਜਿਹੜੀਆਂ ਚੀਜ਼ਾਂ ਨੇ ਸ਼ਾਹ ਕਮਿਸ਼ਨ ਤੁਹਾਨੂੰ ਐਗਜ਼ਾਮ ਲਈ ਜ਼ਰੂਰ ਪਤਾ ਹੋਣੀ ਚਾਹੀਦੀਆਂ ਨੇ। ਪੰਜਾਬ ਤੇ ਪੈਪਸੂ ਨੂੰ ਮਰਜ ਕੀਤਾ 1956। ਆਪਸ਼ਨ ਡੀ। ਕਿਹੜੀ ਬਾਲੀਵੁੱਡ ਪਰਸਨੈਲਿਟੀ ਹੈ ਜਿਹਨੂੰ ਆਨਰ ਕੀਤਾ ਗਿਆ, ਨਿਵਾਜ਼ਿਆ ਗਿਆ ਲਿਵਿੰਗ ਲੈਜੈਂਡ ਲਾਈਫਟਾਈਮ ਅਵਾਰਡ ਦੇ ਨਾਲ ਬਾਈ ਪੰਜਾਬ ਐਸੋਸੀਏਸ਼ਨ? ਵੈਰੀ ਇੰਪੋਰਟੈਂਟ, ਉਹਨੇ ਦਿਲੀਪ ਕੁਮਾਰ। ਆਪਸ਼ਨ ਸੀ। ਫਿਜ਼ੀਓਗ੍ਰਾਫੀ ਆਫ ਇੰਡੀਆ ਦੀ ਜੇ ਗੱਲ ਕਰੀਏ ਤਾਂ ਇਹਨਾਂ ਵਿੱਚੋਂ ਕਿਹੜੀ ਚੀਜ਼ ਸਹੀ ਮੈਚ ਹੈ? ਸੋ ਕਰੇਵਾ ਸੋਇਲ ਪਾਈ ਜਾਂਦੀ ਹੈ ਜੰਮੂ ਕਸ਼ਮੀਰ, ਦੂਅਰ ਵੈਸਟ ਬੰਗਾਲ, ਚੋਸ ਪਾਏ ਜਾਂਦੇ ਨੇ ਪੰਜਾਬ। ਸੋ ਇਹ ਤਿੰਨੋਂ ਬਿਲਕੁਲ ਕਰੈਕਟਲੀ ਮੈਚ ਨੇ ਤੇ ਰਾਈਟ ਆਨਸਰ ਹੈ ਆਪਸ਼ਨ ਸੀ 1, 2 ਐਂਡ 3। ਕਿਹੜੀ ਚੀਜ਼ ਜਲਿਆਂਵਾਲਾ ਬਾਗ ਟ੍ਰੈਜਡੀ ਹੋਣ ਤੋਂ ਬਾਅਦ ਹੋਈ? Which among the following followed ਜਲਿਆਂਵਾਲਾ ਬਾਗ ਟ੍ਰੈਜਡੀ? ਇਹਦਾ ਬਹੁਤ ਅਸਰ ਪਿਆ ਸੀ ਪੂਰੇ ਭਾਰਤ ਉੱਤੇ। ਸੋ ਪਹਿਲੀ ਚੀਜ਼ ਨੂੰ ਛੱਡ ਕੇ, ਫਰਸਟ ਸਟੇਟਮੈਂਟ ਨੂੰ ਛੱਡ ਕੇ ਕਿ ਮਿਲਟਰੀ ਤੇ ਲੀਗਲ ਪ੍ਰੋਸੀਕਿਊਸ਼ਨ ਹੋਈ ਰੈਜੀਨਲਡ ਈਐਚ ਡਾਇਰ ਦੀ, ਇਹ ਨਹੀਂ ਹੋਇਆ ਸੀ। ਆਪਸ਼ਨ ਫਰਸਟ ਗਲਤ ਹੈ। ਬਾਕੀ ਸੈਕਿੰਡ, ਥਰਡ, ਫੋਰਥ, ਫਿਫਥ ਇਹ ਚਾਰੋਂ ਇਨਸੀਡੈਂਟ ਹੋਏ ਸੀ ਜਲਿਆਂਵਾਲਾ ਬਾਗ ਇਨਸੀਡੈਂਟ ਹੋਣ ਤੋਂ ਬਾਅਦ। ਸੋ ਆਪਸ਼ਨ ਬੀ ਇਹਦਾ ਰਾਈਟ ਆਨਸਰ ਹੈ। ਸੋ ਲਾਸਟ ਕੁਐਸਚਨ ਜੀਐਸ ਤੇ ਕਰੰਟ ਅਫੇਅਰ ਪਾਰਟ ਦਾ ਜਿਹਦੇ ਵਿੱਚੋਂ 80 ਕੁਐਸਚਨ ਆਉਣੇ ਨੇ, ਉਹ ਹੈ ਪੰਜਾਬ ਲੈਂਡ ਏਲੀਨੇਸ਼ਨ ਐਕਟ ਕਿਹੜੇ ਸਾਲ ਵਿੱਚ ਪਾਸ ਹੋਇਆ? ਸੋ ਸਾਲ ਸੀ 1900। ਆਪਸ਼ਨ ਏ। ਸੋ ਪੰਜਾਬ ਜੇਲ ਮੈਨੂਅਲ ਕਿਹੜੇ ਸਾਲ ਚ ਆਇਆ ਜਾਂ ਉਹਦੇ ਵਿੱਚ ਕੋਈ ਰਿਲੇਟਡ ਐਕਟ ਹੈ ਜੇਲ ਦਾ?
पुलिस रिलेटेड कोई एक्ट है, पंजाब स्टेट रीऑर्गेनाइजेशन एक्ट है या फिर कोई होर लैंड रिलेटेड एक्ट है, उन्हां दे साल तुसी एक बारी जरूर देख के जाने ने। नैक्सट क्वेश्चन है हुण रीजनिंग ते मैंटल एबिलिटी दे 40 क्वेश्चन देखांगे आपां। 15 अगस्त 2010 ਨੂੰ ਕਿਹੜਾ ਦਿਨ ਹੋਊਗਾ? ਸੋ ਇਹਦਾ ਸੋਲੂਸ਼ਨ ਹੈ, ਇਹਦੇ ਲਈ ਪ੍ਰੋਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਇਹਦੀ ਵੰਡ ਕਿਵੇਂ ਕਰਨੀ ਹੈ। ਜਿਵੇਂ ਹੁਣ 2010 ਹੈ, ਜਿਹੜੇ ਸਾਲ ਦੇ ਬਾਰੇ ਪੁੱਛਿਆ ਹੋਇਆ ਹੈ, ਜਿਹਦੇ ਪੂਰੇ ਮਹੀਨੇ ਨਹੀਂ, ਤੁਸੀਂ ਉਹਨੂੰ ਅਲੱਗ ਕੱਢ ਲਓ, ਉਸ ਤੋਂ ਪਹਿਲਾਂ ਤੱਕ ਦੇ ਟਾਈਮ ਨੂੰ ਅਲੱਗ ਵੰਡ ਲਓ। ਸੋ ਸਾਲ 2010 ਨੂੰ ਜੇ ਆਪਾਂ ਨੇ ਵੰਡਣਾ ਹੈ ਤਾਂ ਇਹਦੇ ਵਿੱਚ 2009 ਪਲੱਸ 1 ਜਨਵਰੀ 2010 ਤੋਂ ਲੈ ਕੇ 15 ਅਗਸਤ 2010 ਤੱਕ ਦਾ ਸਮਾਂ ਹੈ। ਸੋ ਹੁਣ ਆਪਾਂ 2009 ਨੂੰ ਫਰਦਰ ਵੰਡਾਂਗੇ, 1600 ਪਲੱਸ 400 2000 ਹੋ ਗਿਆ। 1600 ਸਾਲਾਂ ਦੇ ਵਿੱਚ ਵੀ 0 ਔਡ ਡੇਜ਼ ਹੁੰਦੇ ਨੇ, 400 ਵਿੱਚ ਵੀ 0। 9 ਇਅਰਸ ਦੇ ਵਿੱਚ 2 ਲੀਪ ਈਅਰ ਆਉਣਗੇ, 7 ਆਰਡੀਨਰੀ ਸਾਲ ਆਉਣਗੇ। ਸੋ ਜੇ 2 ਲੀਪ ਈਅਰ 2 into 2 7 ਆਰਡੀਨਰੀ ਇਅਰਸ ਦੇ ਵਿੱਚ 1 ਔਡ ਡੇ, ਤਾਂ ਇਹ ਆਪਣੇ ਕੋਲ ਹੋਗੀ ਕੈਲਕੂਲੇਸ਼ਨ। ਉਸ ਤੋਂ ਬਾਅਦ ਜਨਵਰੀ ਫਰਵਰੀ, ਹੁਣ ਅਗਸਤ ਤੱਕ ਪਹੁੰਚਣ ਦੇ ਲਈ ਆਪਣੇ ਕੋਲ ਕਿੰਨੇ ਦਿਨ ਨੇ? ਜਨਵਰੀ ਫਰਵਰੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਅਗਸਤ, 8ਵੇਂ ਮਹੀਨੇ ਦੇ 15 ਦਿਨ। ਸੋ ਜਨਵਰੀ ਦੇ 31 ਦਿਨ, ਫਰਵਰੀ ਦੇ 28 ਕਿਉਂਕਿ 2010 ਹੈ ਜਿਹੜਾ ਲੀਪ ਈਅਰ ਨਹੀਂ, ਦੈਨ 31 30 31 30 ਪੂਰੇ 15 ਤੇ ਕੁੱਲ ਹੋ ਗਏ 227 ਦਿਨ। 227 ਦਿਨਾਂ ਦੇ ਵਿੱਚ 32 ਹਫ਼ਤੇ ਆਉਂਦੇ ਨੇ, 3 ਦਿਨ ਆਉਂਦੇ ਨੇ। ਸੋ ਇਹਨੂੰ ਜੇ ਆਪਾਂ ਹੁਣ ਔਡ ਡੇਜ਼ ਕਨਵਰਟ ਕਰਾਂਗੇ ਤਾਂ ਆਪਣੇ ਕੋਲ ਬਚ ਜਾਣਗੇ 3 ਔਡ ਡੇਜ਼। ਸੋ ਇਹ ਹੋ ਗਏ 3 ਔਡ ਡੇਜ਼। ਸੋ ਕੁੱਲ ਔਡ ਡੇ ਕਿੰਨੇ ਹੋ ਗਏ ਜੇ ਆਪਾਂ 2010 ਤੱਕ ਦੇ ਹੁਣ ਕੈਲਕੂਲੇਟ ਕਰਨੇ ਨੇ? 1600 ਸਾਲ ਦੇ, ਉਰੇ ਹੁਣ 1600 ਸਾਲ ਦੇ ਕਿੰਨੇ ਹੋਣਗੇ, 400 ਦੇ ਕਿੰਨੇ ਹੋਣਗੇ, ਦੈਨ 9 ਸਾਲਾਂ ਦੇ ਕਿੰਨੇ ਹੋਣਗੇ, ਤੇ ਉਸ ਤੋਂ ਬਾਅਦ ਜਿਹੜੇ 15 ਅਗਸਤ ਤੱਕ ਦੇ ਮਹੀਨੇ ਨੇ ਉਹਦੇ ਕਿੰਨੇ ਹੋਣਗੇ। ਇਹ ਸਾਰੇ ਜੇ ਤੁਸੀਂ ਕੈਲਕੂਲੇਟ ਕਰੋਗੇ ਤਾਂ 15 ਅਗਸਤ 2010 ਤੱਕ ਦੇ ਸਾਲ ਬਣ ਜਾਣਗੇ। ਸੋ 1600 ਦੇ ਵਿੱਚ ਆ ਗਏ 0, 400 ਦੇ ਵਿੱਚ ਆ ਗਏ 0, 9 ਦੇ ਵਿੱਚ ਆ ਗਏ ਸੀ 4 ਔਡ ਡੇਜ਼ ਤੇ 15 ਅਗਸਤ ਤੱਕ ਆ ਗਏ 3। ਸੋ ਟੋਟਲ ਆ ਗਏ ਉਰੇ ਹੁਣ ਆਪਣੇ ਕੋਲ 7 ਤੇ 7 ਹੁੰਦਾ 0 ਔਡ ਡੇ। ਸੋ ਜਿਹੜਾ ਗਿਵਨ ਡੇ ਹੋਊਗਾ that would be Sunday. So before moving further with our solutions for mock test, I want to share something important with you guys. So as you already know that I have already launched 5 mock tests for the exam of Naib Tehsildar on similar pattern that has been followed in various examinations conducted by PPSC. So ਜਿਹੜਾ ਇਹ ਮੈਂ ਤੁਹਾਨੂੰ mock test ਕਰਵਾ ਰਹੀ ਹਾਂ, ਇਸੇ ਤਰ੍ਹਾਂ ਦੇ ਪੈਟਰਨ ਉੱਤੇ ਇਸੇ ਲੈਵਲ ਦੇ ਕੁਐਸਚਨਸ ਦੇ ਨਾਲ ਮੈਂ ਇਹ 5 mock test ਤਿਆਰ ਕੀਤੇ ਹੋਏ ਨੇ, ਜਿਨ੍ਹਾਂ ਦਾ ਪ੍ਰਾਈਸ ਹੈ ਸਿਰਫ ₹250. So if you are interested in buying, you can send email on this given email address, or you can directly send message by following Instagram page Victor's Knowledge. Next is statement. ਤੇ statement ਦੇ ਆਧਾਰ ਉੱਤੇ ਕੀ ਐਕਸ਼ਨ ਹੋ ਸਕਦੇ ਨੇ। ਸੋ ਜਿਹੜੇ ਇਸ ਤਰ੍ਹਾਂ ਦੇ ਕੁਐਸਚਨ ਨੇ, ਇਹਨਾਂ ਦੇ ਵਿੱਚ ਇੱਕ ਮੇਨ ਟ੍ਰਿਕ ਹੈ ਕਿ ਤੁਸੀਂ ਆਪਣਾ ਦਿਮਾਗ ਇਸ ਸਟੇਟਮੈਂਟ ਤੋਂ ਬਾਹਰ ਨਹੀਂ ਲਗਾਉਣਾ। ਜੋ ਇਸ ਸਟੇਟਮੈਂਟ ਨੇ ਕਹਿਤਾ, ਤੁਸੀਂ ਆਪਣੀ ਖੁਦ ਦੀ ਕੋਈ ਅਜ਼ੰਪਸ਼ਨ ਨਹੀਂ ਲਗਾਉਣੀ। ਉਰੇ ਕੋਰਸ ਆਫ ਐਕਸ਼ਨ ਤੁਸੀਂ ਦੇਖਣਾ ਵੀ ਜੇ ਤੁਸੀਂ ਇਹ ਸਟੇਟਮੈਂਟ ਪੜ੍ਹ ਕੇ ਤੁਸੀਂ ਕੋਈ ਆਫਿਸਰ ਬਣਦੇ ਹੋ ਕੱਲ ਨੂੰ, ਜਾਂ ਤੁਸੀਂ ਕੋਈ ਵੀ ਹੋਰ ਪਾਲਿਸੀ ਮੇਕਰ ਹੋ, ਤਾਂ ਤੁਸੀਂ ਉੱਥੇ ਕੀ ਕੋਰਸ ਆਫ ਐਕਸ਼ਨ ਸੋਚ ਸਕਦੇ ਹੋ। ਸਟੇਟਮੈਂਟ ਹੈ ਕਿ ਜਿੰਨੀਆਂ ਵੀ ਲੇਕਸ ਚੋਂ ਸ਼ਹਿਰ ਦੇ ਵਿੱਚ ਪਾਣੀ ਆਉਂਦਾ, ਸਾਰੀਆਂ ਲੇਕਸ ਦਾ ਪਾਣੀ ਦਾ ਜਿਹੜਾ ਦਰ ਹੈ, ਲੈਵਲ ਹੈ, ਉਹਦੇ ਵਿੱਚ ਬਹੁਤ ਜ਼ਿਆਦਾ ਗਿਰਾਵਟ ਆਈ ਹੈ। ਸਿੰਪਲ ਜੀ ਸਟੇਟਮੈਂਟ, ਜਿੰਨੀਆਂ ਵੀ ਲੇਕਸ ਦਾ ਸਿਟੀ ਸ਼ਹਿਰ ਨੂੰ ਪਾਣੀ ਸਪਲਾਈ ਹੁੰਦਾ, ਉਹਨਾਂ ਦੇ ਪਾਣੀ ਦੇ ਦਰ ਵਿੱਚ ਭਾਰੀ ਗਿਰਾਵਟ ਆਈ ਹੈ। There has been a significant drop in the water level of all the lakes supplying water to city. ਹੁਣ ਪਹਿਲਾ ਕੋਰਸ ਆਫ ਐਕਸ਼ਨ, ਇਹ ਸਿਚੁਏਸ਼ਨ ਆ ਗਈ, ਲੇਕਸ ਚੋਂ ਪਾਣੀ ਦਾ ਲੈਵਲ ਗਿਰ ਗਿਆ ਜਿਹਦਾ ਪਾਣੀ ਸਿਟੀ ਤੱਕ ਪਹੁੰਚਦਾ ਸੀ। ਪਹਿਲਾ ਕੋਰਸ ਆਫ ਐਕਸ਼ਨ ਹੋ ਸਕਦਾ ਕਿ ਜਿਹੜੀ ਵਾਟਰ ਸਪਲਾਈ ਅਥਾਰਟੀ ਆ ਉਹਨੂੰ ਪਾਰਸ਼ੀਅਲ ਕੱਟ ਲਗਾਉਣਾ ਚਾਹੀਦਾ ਹੈ ਪਾਣੀ ਦੀ ਸਪਲਾਈ ਵਿੱਚ, ਸੋ ਦੈਟ ਇਸ ਸਿਚੁਏਸ਼ਨ ਨੂੰ ਕੰਟਰੋਲ ਕੀਤਾ ਜਾ ਸਕੇ। ਇਹ ਬਿਲਕੁਲ ਹੀ ਸਹੀ ਕੋਰਸ ਆਫ ਐਕਸ਼ਨ ਹੈ, ਇਸ ਤਰ੍ਹਾਂ ਦਾ ਕਦਮ ਚੁੱਕਣਾ ਜ਼ਰੂਰੀ ਹੈ। ਸੋ ਪਹਿਲੀ ਸਟੇਟਮੈਂਟ ਸਹੀ ਹੋਗੀ। ਗਵਰਨਮੈਂਟ ਸ਼ੁੱਡ ਅਪੀਲ, ਗਵਰਨਮੈਂਟ ਰੈਜ਼ੀਡੈਂਟਸ ਨੂੰ ਲੋਕਾਂ ਦੇ ਅੱਗੇ ਇੱਕ ਦਰਖਾਸਤ ਲਗਾ ਕੇ ਉਹਨਾਂ ਨੂੰ ਅਪੀਲ ਕਰੇ
ਮਾਸ ਮੀਡੀਆ ਦੇ ਜ਼ਰੀਏ ਟੀਵੀ ਨਿਊਜ਼ਪੇਪਰ ਦੇ ਜ਼ਰੀਏ ਕਿ ਉਹ ਘੱਟ ਤੋਂ ਘੱਟ ਪਾਣੀ ਦਾ ਜਿਹੜਾ ਯੂਜ਼ ਹੈ ਉਹ ਕਰਨ, ਪਾਣੀ ਨੂੰ ਵੇਸਟ ਨਾ ਕਰਨ। ਸੋ ਇਹ ਵੀ ਬਿਲਕੁਲ ਸਹੀ ਹੈ। ਸੋ ਇਹ ਦੋਨੋਂ ਸਟੇਟਮੈਂਟ ਸਹੀ ਨੇ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਡੀ, both 1 and 2 follow. Next is statement India has been continuously experiencing military threat. ਇੰਡੀਆ ਨੂੰ ਆਪਣੇ ਪੜੋਸੀ ਦੇਸ਼ਾਂ ਤੋਂ ਲਗਾਤਾਰ ਮਿਲਟਰੀ ਥ੍ਰੈਟਸ ਦਾ ਸਾਹਮਣਾ ਕਰਨਾ ਪੈ ਰਿਹਾ। ਫਰਸਟ, ਇੰਡੀਆ ਸ਼ੁੱਡ engage into an all-out war. ਇੰਡੀਆ ਲੜਾਈ ਅਨਾਉਂਸ ਕਰ ਦੇਵੇ ਆਪਣੇ ਇਹ ਗਵਾਂਢੀ ਦੇਸ਼ਾਂ ਦੇ ਨਾਲ ਸੋ that ਇਹ ਥ੍ਰੈਟ ਰੋਕੇ ਜਾ ਸਕਣ। ਲੜਾਈ ਕਿਸੇ ਵੀ ਚੀਜ਼ ਦਾ ਆਖਰੀ ਹਥਿਆਰ ਹੁੰਦਾ ਹੈ, ਲੜਾਈ ਆਖਰੀ ਆਪਸ਼ਨ ਹੁੰਦੀ ਹੈ। war is the last resort. ਸਭ ਤੋਂ ਪਹਿਲਾਂ ਸ਼ਾਂਤੀ ਦੇ ਨਾਲ ਆਪਸ ਦੇ ਵਿੱਚ ਬੈਠ ਕੇ ਪੀਸਫੁਲ ਟਾਕਸ ਕਰਨੀਆਂ ਹੀ ਸਹੀ ਸਿਚੁਏਸ਼ਨ ਦਾ ਇੱਕ ਹੱਲ ਹੁੰਦਾ ਹੈ। ਲੜਾਈ ਕਿਸੇ ਵੀ ਸਿਚੁਏਸ਼ਨ ਦੀ ਫਰਸਟ ਸਟੈਪ ਦੇ ਤੌਰ ਤੇ ਹੱਲ ਨਹੀਂ ਹੁੰਦਾ। ਸੋ ਪਹਿਲੀ ਸਟੇਟਮੈਂਟ ਬਿਲਕੁਲ ਹੀ ਗਲਤ ਹੈ ਕਿਉਂਕਿ ਉਰੇ ਕੁਝ ਵੀ ਇਹ ਨਹੀਂ ਕਹਿ ਰਹੇ, ਉਰੇ ਸਿਰਫ ਕਹਿ ਰਹੇ ਕਿ ਕੰਟੀਨਿਊਸਲੀ ਥ੍ਰੈਟ ਆ ਰਿਹਾ। ਉਰੇ ਇਹ ਨਹੀਂ ਕਹਿ ਰਹੇ ਕਿ ਮਿਲਟਰੀ ਅਟੈਕ ਕਰਤਾ ਜਾਂ ਹੋ ਗਿਆ। ਸੋ ਉਰੇ ਆਪਾਂ ਵਾਰ ਨੂੰ ਆਪਸ਼ਨ ਨਹੀਂ ਮੰਨ ਸਕਦੇ। ਦੂਜੀ ਸਟੇਟਮੈਂਟ ਇੰਡੀਆ ਸ਼ੁੱਡ ਗੈਟ ਦ ਨੇਬਰਸ ਇਨਟੂ ਸੀਰੀਅਸ ਡਾਇਲੌਗ। ਸੋ ਇੰਡੀਆ ਜੋ ਵੀ ਬਾਰਡਰ ਦੇ ਉੱਤੇ ਟੈਨਸ਼ਨ ਨੇ ਉਹਨਾਂ ਦੇ ਬਾਰੇ ਆਪਣੇ ਗਵਾਂਢੀ ਦੇਸ਼ਾਂ ਦੇ ਨਾਲ ਉਹਨਾਂ ਦੀ ਸਰਕਾਰਾਂ ਨੂੰ ਇਨਵੋਲਵ ਕਰਕੇ ਸੀਰੀਅਸ ਗੱਲਬਾਤ ਕਰੇ। ਸੋ ਇਹ ਬਿਲਕੁਲ ਸਹੀ ਹੈ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਬੀ, ਓਨਲੀ 2 follows. ਨੈਕਸਟ ਇੱਕ ਪਜ਼ਲ ਦਾ ਕੁਐਸਚਨ ਹੈ। ਸੋ ਇਹਦਾ ਮੈਂ ਤੁਹਾਨੂੰ ਸੋਲੂਸ਼ਨ ਦੱਸ ਦਿੰਦੀ ਹਾਂ। ਜਦੋਂ ਤੁਸੀਂ ਇਹ ਚਾਰੋਂ ਸਟੇਟਮੈਂਟਸ ਨੂੰ ਇੱਕ ਟੈਬੂਲਰ ਫਾਰਮ ਦੇ ਵਿੱਚ ਸਿੰਪਲੀਫਾਈ ਕਰੋਗੇ ਤਾਂ ਤੁਸੀਂ ਜੇ ਹਸਬੈਂਡਸ ਕੱਢੋਗੇ ਤੁਸੀਂ ਇੱਕ ਤਰ੍ਹਾਂ ਨਾਲ ਟੇਬਲ ਬਣਾ ਲੈਣਾ, ਹਸਬੈਂਡਸ ਦੈਨ ਵਾਈਫਸ ਐਂਡ ਨੀਚੇ ਉਹਨਾਂ ਦੀਆਂ ਸਿਟੀਜ਼। ਇਹਦੇ ਨਾਲ ਕੀ ਹੈ ਤੁਹਾਨੂੰ ਟੇਬਲ ਬਣਾ ਕੇ ਈਜ਼ੀ ਹੋ ਜਾਊਗਾ ਆਨਸਰਸ ਨੂੰ ਸੋਲਵ ਕਰਨਾ। ਸੋ ਹਸਬੈਂਡ ਤਰੁਣ, ਤਰੁਣ ਦੀ ਵਾਈਫ ਹੈ ਰੇਖਾ ਤੇ ਉਹ ਰਹਿੰਦੇ ਆ ਸਾਂਚੀ ਸਿਟੀ। ਦੈਨ ਉੱਪਲ, ਰਾਜ ਤੇ ਸੁੰਦਰ, ਇਹ ਚਾਰ ਹੋ ਗਏ ਹਸਬੈਂਡ। ਉੱਪਲ ਦੀ ਵਾਈਫ ਹੈ ਸੁਨੀਤਾ, ਰਾਜ ਦੀ ਹੈ ਤਾਰਾ ਐਂਡ ਸੁੰਦਰ ਵਾਈਫ ਇਜ਼ ਉਮਾ। ਉਮਾ ਰਹਿ ਰਹੀ ਹੈ ਤਿਰੂਪਤੀ, ਉਮਰ ਐਂਡ ਸੁੰਦਰ। ਰਾਜ ਐਂਡ ਤਾਰਾ ਉਦਮਪੁਰ ਐਂਡ ਉੱਪਲ ਐਂਡ ਸੁਨੀਤਾ ਰਾਮਪੁਰ। ਸੋ ਜੋ ਤੁਹਾਡੇ ਸਾਹਮਣੇ ਟੇਬਲ ਆ ਗਿਆ ਤਾਂ ਇਹਦੇ ਅਕੋਰਡਿੰਗ ਜਿਹੜੇ ਆਨਸਰਸ ਨੇ ਉਹ ਹੈ 84th ਕੁਐਸਚਨ ਦਾ ਆਪਸ਼ਨ ਡੀ ਰੇਖਾ ਸਾਂਚੀ, 85th ਦਾ ਆਪਸ਼ਨ ਬੀ ਸੁਨੀਤਾ ਤੇ 86th ਦਾ all of the above. Next is at what time between 9 and 10 o'clock will the hands of a watch be together? ਇਹ ਬਹੁਤ ਹੀ ਜ਼ਿਆਦਾ ਬੇਸਿਕ ਤੇ ਰੈਪੀਟੀਟਿਵ ਕੁਐਸਚਨ ਹੈ, ਕਲੌਕ ਟਾਈਮ ਦਾ ਬਾਰ-ਬਾਰ ਐਗਜ਼ਾਮ ਵਿੱਚ ਰਿਪੀਟ ਹੁੰਦਾ। ਸੋ ਜੇ 9 ਤੇ 10 ਦੇ ਵਿਚਕਾਰ ਜਿਹੜਾ ਮਿੰਟ ਹੈਂਡ ਹੈ ਉਹਨੂੰ 45 ਮਿੰਟ ਗੇਨ ਕਰਨੇ ਪੈਣਗੇ। ਸਪੇਸਿਸ ਕਿੰਨੀਆਂ ਨੇ 55 ਮਿੰਟ, ਸਪੇਸ ਗੇਨ ਕਰਨੀ ਪਊਗੀ 60 ਮਿੰਟ ਦੇ ਅੰਦਰ। ਸੋ 45 ਮਿੰਟ ਦੇ ਵਿੱਚ ਜਿਹੜੀ ਸਪੇਸ ਗੇਨ ਕਰਨੀ ਹੈ ਉਹਨਾਂ ਨੂੰ ਇਕੱਠੇ ਹੋਣ ਦੇ ਲਈ ਉਹ ਹੈ 60/55 ਗੁਣਾ 45 ਤੇ ਇਹਨੂੰ ਤੁਸੀਂ ਜੇ ਸੋਲਵ ਕਰੋਗੇ ਤਾਂ ਆਨਸਰ ਹੋਊਗਾ ਆਪਸ਼ਨ ਏ 49 1/11 ਪਾਸਟ 9। ਸੋ 9 ਤੋਂ ਬਾਅਦ ਜਦੋਂ ਇੰਨਾ ਸਮਾਂ ਨਿਕਲ ਗਿਆ ਉਦੋਂ 9 ਤੇ 10 ਦੇ ਵਿਚਕਾਰ ਜਿਹੜੇ ਹੈਂਡਸ ਨੇ ਇਕੱਠੇ ਹੋਣਗੇ। ਸੋ ਆਪਸ਼ਨ ਏ ਇਹਦਾ ਰਾਈਟ ਆਨਸਰ ਹੈ। ਨੈਕਸਟ ਹੈ ਇੱਕ ਪਰਿਵਾਰ ਦੇ ਵਿੱਚ ਹਰ ਡਾਟਰ ਦੇ ਸੇਮ ਨੰਬਰ ਆਫ ਬ੍ਰਦਰਸ ਨੇ ਜਿੰਨੀਆਂ ਉਹਦੀਆਂ ਸਿਸਟਰਸ ਨੇ। ਈਚ ਸਨ ਹੈਜ਼ ਟਵਾਈਸ ਐਜ਼ ਮੈਨੀ ਸਿਸਟਰ ਐਜ਼ ਹੀ ਹੈਜ਼ ਬ੍ਰਦਰ। ਸੋ ਇਹਨੂੰ ਆਪਾਂ ਸਿੰਪਲੀ ਪਹਿਲਾਂ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਿੰਪਲੀਫਿਕੇਸ਼ਨ ਮੈਥਡ ਦੇ ਨਾਲ। ਅਜ਼ਿਊਮ ਕਰ ਲਓ ਕਿ ਜਿਹੜੀ ਫੈਮਿਲੀ ਹੈ ਉਹਦੇ ਵਿੱਚ x ਕੁੜੀਆਂ ਨੇ y ਬॉयਜ਼ ਨੇ। ਸੋ ਕੁਐਸਚਨ ਦੇ ਮੁਤਾਬਿਕ ਜੇ ਆਪਾਂ x ਚੋਂ 1 ਮਾਈਨਸ ਕਰ ਦਈਏ ਤਾਂ ਉਨੀਆਂ ਹੋ ਗਈਆਂ ਕੁੜੀਆਂ ਤੇ ਜੇ ਆਪਾਂ ਟਵਾਈਸ ਐਜ਼ ਮੈਨੀ ਸਿਸਟਰ ਹਰ ਸਨ ਦਾ ਸੋ ਉਹ ਹੋ ਗਿਆ y - 2 = x। ਸੋ ਜੇ ਹੁਣ ਆਪਣਾ ਦੋ ਸਟੇਟਮੈਂਟਸ ਨੂੰ ਸੋਲਵ ਕਰ ਲਈਏ ਤਾਂ ਆਪਣੇ ਕੋਲ ਆ ਜਾਊਗਾ x ਦੀ ਵੈਲਿਊ 4 y ਦੀ ਵੈਲਿਊ 3 ਤੇ ਇਹਦੇ ਵਿੱਚ y ਕੀ ਸੀਗਾ ਆਪਣੇ ਕੋਲ ਕਿੰਨੇ ਸਨ ਨੇ। x ਆਪਾਂ ਨੇ ਲੈਟ ਕੀਤਾ ਸੀ ਕਿੰਨੀਆਂ ਡਾਟਰਸ ਨੇ। ਸੋ y ਸਨ y ਹੋ ਗਏ 3 ਸੋ ਸਨ ਨੇ ਇਸ ਪਰਿਵਾਰ ਦੇ 3 ਆਪਸ਼ਨ ਸੀ। ਸੋ ਤੁਸੀਂ ਕੁਝ ਨਹੀਂ ਕਰਨਾ ਸਟੇਟਮੈਂਟ ਤਿਆਰ ਕਰਨੀ ਹੈ ਜਿਵੇਂ ਜਿਵੇਂ ਤੁਸੀਂ ਇਹਨੂੰ ਪੜ੍ਹਦੇ ਜਾਓਗੇ ਉਵੇਂ ਉਵੇਂ ਤੁਸੀਂ ਸਟੇਟਮੈਂਟਸ ਤਿਆਰ ਕਰਨੀਆਂ ਤੇ ਸਿੰਪਲ ਉਹਨਾਂ ਨੂੰ x y ਦੀ ਵੈਲਿਊ ਕੱਢ ਕੇ ਸੋਲਵ ਕਰਨਾ।
I have a few sweets to be distributed. मेरे कोल कुछ मिठाइयां ने डिस्ट्रीब्यूट ਕਰਨ ਦੇ ਲਈ ਜੇ ਮੈਂ ਉਹਨਾਂ ਨੂੰ 2 3 4 ਦੇ ਪੈਕ ਵਿੱਚ ਰੱਖਦੀ ਆ ਤਾਂ ਮੇਰੇ ਕੋਲ ਸਿਰਫ ਇੱਕ ਮਿਠਾਈ ਬਚਦੀ ਹੈ ਤੇ ਜੇ ਮੈਂ 5 ਨੂੰ ਇੱਕ ਪੈਕ ਚ ਪਾਉਣੀ ਆ ਤਾਂ ਮੇਰੇ ਕੋਲ ਕੁਝ ਵੀ ਨਹੀਂ ਬਚਦਾ ਮਿਨੀਮਮ ਸਵੀਟਸ ਕਿੰਨੀਆਂ ਮੈਨੂੰ ਪੈਕ ਕਰਨੀਆਂ ਪੈਣਗੀਆਂ ਤੇ ਕਿੰਨੀਆਂ ਡਿਸਟ੍ਰੀਬਿਊਟ ਕਰਨੀਆਂ ਪੈਣਗੀਆਂ ਸੋ ਰਿਕੁਆਇਰਡ ਨੰਬਰ ਇੰਨਾ ਹੋਣਾ ਚਾਹੀਦਾ ਹੈ ਇਹ ਆਪਸ਼ਨਸ ਦੇ ਵਿੱਚੋਂ ਕਿ ਜਿਹੜਾ ਰਿਮਾਈਂਡਰ ਹੈ ਉਹ ਇੱਕ ਬਚ ਜਵੇ ਜਦੋਂ ਆਪਾਂ 2 3 4 ਨਾਲ ਡਿਵਾਈਡ ਕਰਦੇ ਹਾਂ ਕਿਉਂਕਿ ਉਰੇ ਕੀ ਲਿਖਿਆ ਹੋਇਆ ਹੈ ਕਿ ਮੈਂ ਡਿਸਟ੍ਰੀਬਿਊਟ ਕਰੂੰ ਤਾਂ ਜੇ ਮੈਂ 2 3 4 ਇੱਕ ਪੈਕ ਚ ਪਾ ਦਿੰਨੀ ਆ ਤਾਂ ਮੇਰੇ ਕੋਲ ਇੱਕ ਬਚੂ ਤੇ ਜੇ 5 ਇੱਕ ਪੈਕ ਚ ਪਾ ਦਿੰਨੀ ਆ ਤਾਂ ਮੇਰੇ ਕੋਲ ਕੋਈ ਵੀ ਨਹੀਂ ਬਚੂ ਸੋ ਇਸ ਤਰ੍ਹਾਂ ਦਾ ਨੰਬਰ ਜਿਹੜਾ 2 3 4 ਨਾਲ ਡਿਵਾਈਡ ਹੋਏ ਤੇ ਇੱਕ ਰਿਮਾਈਂਡਰ ਦਿੰਦਾ ਤੇ ਜਦੋਂ 5 ਨਾਲ ਡਿਵਾਈਡ ਕਰਦੇ ਆ ਤਾਂ ਉਹ 0 ਰਿਮਾਈਂਡਰ ਦੇ ਰਿਹਾ ਤਾਂ ਇਹਨਾਂ ਦੇ ਵਿੱਚੋਂ ਉਹ ਨੰਬਰ ਹੈ 25 ਆਪਸ਼ਨ ਸੀ ਸੋ ਕਈ ਵਾਰੀ ਤੁਹਾਨੂੰ ਕੈਲਕੂਲੇਸ਼ਨ ਦੀ ਲੋੜ ਨਹੀਂ ਹੁੰਦੀ ਸਿਰਫ ਸਟੇਟਮੈਂਟ ਨੂੰ ਪੜ੍ਹ ਕੇ ਤੁਸੀਂ ਸਮਾਰਟ ਵਰਕ ਕਰਨਾ ਹੈ ਨੈਕਸਟ ਕੁਐਸਚਨ ਵੀ ਇਸੇ ਤਰ੍ਹਾਂ ਦਾ ਸਮਾਰਟ ਵਰਕ ਨਾਲ ਰਿਲੇਟਡ ਹੈ ਟੈਲੀਫੋਨ ਦੇ ਉੱਤੇ 1 2 3 4 5 6 7 8 9 0 ਇਹ ਨੰਬਰਸ ਹੁੰਦੇ ਨੇ ਇਹਨਾਂ ਦਾ ਆਪਸ ਦੇ ਵਿੱਚ ਪ੍ਰੋਡਕਟ ਕਿੰਨਾ ਹੈ ਇਹਨਾਂ ਨੂੰ ਜੇ ਮਲਟੀਪਲਾਈ ਕਰਾਂਗੇ ਤਾਂ ਇਹਨਾਂ ਦੇ ਵਿੱਚੋਂ ਕੀ ਆਨਸਰ ਆਊ ਸੋ ਹੁਣ ਆਪਾਂ ਕਈ ਵਾਰੀ ਬਿਨਾਂ ਧਿਆਨ ਨਾਲ ਦੇਖੇ ਇਹ 10 ਨੰਬਰਸ ਨੂੰ ਆਪਾਂ ਫਟਾਫਟ 1 2 3 ਇਸ ਤਰ੍ਹਾਂ ਨਾਲ ਕੈਲਕੂਲੇਟ ਕਰਨ ਲੱਗ ਜਾਂਦੇ ਹਾਂ ਜਿਹਦੇ ਨਾਲ ਆਪਣਾ ਟਾਈਮ ਵੇਸਟ ਹੁੰਦਾ ਹੈ ਤੁਸੀਂ ਧਿਆਨ ਨਾਲ ਦੇਖਣਾ ਹੈ ਕਿ ਇੱਕ ਨੰਬਰ ਹੈ 0 0 ਨੂੰ ਕਿਸੇ ਦੇ ਨਾਲ ਵੀ ਆਪਾਂ ਗੁਣਾ ਕਰਦੇ ਹਾਂ ਆਨਸਰ 0 ਹੀ ਹੁੰਦਾ ਹੈ so one of the numbers on telephone will be 0 which gives us the product of all number as 0 so right answer is option D none of these ਇੱਕ ਮੈਨ ਹੈ ਉਹਦੇ ਕੋਲ 480 ਡਿਨੋਮੀਨੇਸ਼ਨ ਦੇ ਵਿੱਚ 1 ਰੁਪਏ ਦੇ ਨੋਟ ਨੇ 5 ਰੁਪਏ ਦੇ ਨੋਟ ਨੇ 10 ਰੁਪਏ ਦੇ ਸੋ ਟੋਟਲ 480 ਰੁਪਏ ਨੇ ਜਿਹਦੇ ਵਿੱਚ ਕੁਝ 1 ਰੁਪਏ ਦੇ ਨੋਟ ਨੇ ਕੁਝ 5 ਰੁਪਏ ਦੇ ਨੋਟ ਨੇ ਤੇ ਕੁਝ ਨੇ ਉਹਦੇ ਕੋਲ 10 ਰੁਪਏ ਦੇ ਨੋਟ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਹਰ ਡਿਨੋਮੀਨੇਸ਼ਨ ਕਿ ਉਹਦੇ ਕੋਲ ਕਿੰਨੇ ਨੋਟ ਨੇ ਉਹਨੂੰ ਆਪਾਂ x ਮੰਨ ਲੈਂਦੇ ਆ number of notes ਨੂੰ let number of notes is of each denomination x so ਹੁਣ 1 ਦੇ ਹੋ ਗਏ 1x ਤਾਂ ਉਹਨੂੰ ਆਪਾਂ ਕੱਲਾ x ਲਿਖ ਸਕਦੇ ਆ 5 ਦੇ ਹੋ ਗਏ 5x ਤੇ 10 ਦੇ ਹੋ ਗਏ 10x ਤੇ ਇਹ ਸਾਰੇ ਮਿਲ ਕੇ ਕਿੰਨੇ ਰੁਪਏ ਬਣ ਰਹੇ ਨੇ 480 ਸਿੰਪਲੀ ਉਰੇ x ਦੀ ਵੈਲਿਊ ਆਪਾਂ ਨੇ ਕੱਢਣੀ ਹੈ ਕੁਐਸਚਨ ਹੈ what is the total number of notes he has so ਉਹਦੇ ਵਿੱਚ right answer ਆ ਜਾਊਗਾ option D 90 next is cost of pineapple will be rupees 7 each whereas watermelon will cost rupees 5 each ਇੱਕ ਇਨਸਾਨ ਨੇ ਫਰੂਟਸ ਦੇ ਉੱਤੇ ਇਹ ਵਾਟਰਮੈਲਨ ਤੇ ਪਾਈਨਐਪਲ ਉੱਤੇ ਕੁੱਲ 38 ਰੁਪਏ ਖਰਚੇ ਨੇ ਸੋ ਉਹਨੇ ਕਿੰਨੇ ਕੁੱਲ ਪਾਈਨਐਪਲ ਖਰੀਦੇ ਹੋਣਗੇ ਸੋ ਇੱਕ ਪਾਈਨਐਪਲ 7 ਰੁਪਏ ਦਾ ਇੱਕ ਵਾਟਰਮੈਲਨ 5 ਰੁਪਏ ਦਾ ਤੇ ਉਹਨੇ ਇਹ ਦੋਨੋਂ ਫਰੂਟਸ ਖਰੀਦੇ ਨੇ ਟੋਟਲ 38 ਰੁਪਏ ਸਪੈਂਡ ਕੀਤੇ ਨੇ ਸੋ ਮੰਨ ਲਓ ਪਾਈਨਐਪਲ ਨੇ x ਵਾਟਰਮੈਲਨ ਨੇ y ਸੋ 7x ਆਪਾਂ ਇਹਦੀ ਵੈਲਿਊ ਲਿਖ ਸਕਦੇ ਹਾਂ ਪਲੱਸ 5x ਆਪਾਂ ਲਿਖ ਸਕਦੇ ਹਾਂ ਵਾਟਰਮੈਲਨ ਦੀ ਤੇ ਉਹਨੇ ਟੋਟਲ ਕਿੰਨੇ ਪੈਸੇ ਖਰਚੇ ਨੇ 38 ਸੋ ਜੇ ਹੁਣ ਆਪਾਂ ਇਹਨਾਂ ਸਟੇਟਮੈਂਟਸ ਨੂੰ ਸੋਲਵ ਕਰੀਏ y ਦੀ ਵੈਲਿਊ ਕੱਢੀਏ ਤਾਂ ਆਪਣੇ ਕੋਲ ਜਦੋਂ ਇਹ ਪੂਰਾ ਆਪਾਂ ਸੋਲਵ ਕਰਾਂਗੇ y ਇੱਕ ਹੋਲ ਨੰਬਰ ਹੈ ਜਦੋਂ ਆਪਾਂ ਨੂੰ ਪ੍ਰੋਪਰ ਦੋ ਸਟੇਟਮੈਂਟਸ ਆਮਨੇ ਸਾਹਮਣੇ ਰੱਖ ਕੇ ਸੋਲਵ ਕਰਦੇ ਆ ਤਾਂ ਉੱਥੇ ਜਿਹੜੀ x ਦੀ ਵੈਲਿਊ ਆਉਂਦੀ ਹੈ x ਕੀ ਸੀਗਾ ਆਪਣੇ ਕੋਲ ਪਾਈਨਐਪਲ ਤੇ ਉਹੀ ਕੁਐਸਚਨ ਵਿੱਚ ਪੁੱਛਿਆ ਹੋਇਆ ਸੋ x ਦੀ ਵੈਲਿਊ ਆਊਗੀ 4 ਆਪਸ਼ਨ B ਨੈਕਸਟ ਹੈ ਮਿਰਰ ਇਮੇਜ ਦੇ ਨਾਲ ਰਿਲੇਟਡ ਕੁਐਸਚਨ ਮਿਰਰ ਇਮੇਜ ਰਾਈਟ ਹੈਂਡ ਸਾਈਡ ਥਿੰਗਸ ਦਾ ਲੈਫਟ ਹੈਂਡ ਬਣ ਜਾਂਦਾ ਤੇ ਉਸੇ ਤਰ੍ਹਾਂ ਲੈਫਟ ਦਾ ਰਾਈਟ ਬਣ ਜਾਂਦਾ ਸੋ ਪਹਿਲੇ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ B ਦੂਜੇ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਆਪਸ਼ਨ C ਇਹ ਹੈ ਕਿ ਜਿਹੜਾ NM ਜਦੋਂ ਮਿਰਰ ਪਿਆ ਹੋਊਗਾ ਤਾਂ ਇਹ ਇਮੇਜ ਕਿਸ ਤਰ੍ਹਾਂ ਦੀ ਲੱਗੂਗੀ ਸੋ ਉਹ ਬਿਲਕੁਲ ਆਪੋਜ਼ਿਟ ਹੋਊਗੀ ਤੇ 95th ਇਹ ਸਿੰਪਲ ਮਿਰਰ ਇਮੇਜ ਹੈ ਇਹਦਾ ਰਾਈਟ ਆਨਸਰ ਹੈ ਆਪਸ਼ਨ B 2 ਨੈਕਸਟ ਇਜ਼ ਸਮੈਲ ਇਜ਼ ਟੂ ਨੋਜ਼ ਨੋਜ਼ ਦੇ ਨਾਲ ਆਪਾਂ ਸਮੈਲ ਕਰਦੇ ਹਾਂ ਸਾਊਂਡ ਕਿਹਦੇ ਨਾਲ ਆਪਾਂ ਨੂੰ ਆਵਾਜ਼ ਕਿਹਦੇ ਨਾਲ ਸੁਣਦੀ ਹੈ ਈਅਰ ਸੋ ਆਪਸ਼ਨ A ਇਜ਼ ਦਾ ਰਾਈਟ ਆਨਸਰ which word does not belong to the other so ਉਰੇ ਜਿਹੜਾ word ਬਾਕੀਆਂ ਤੋਂ ਅਲੱਗ ਹੈ ਉਹ ਹੈ ਆਪਸ਼ਨ B ounce ਕਿਉਂਕਿ ounce ਦੀ ਵਰਤੋਂ ਆਪਾਂ ਕਰਦੇ ਹਾਂ weight measure ਕਰਨ ਦੇ ਲਈ ਤੇ ਬਾਕੀ ਜਿਹੜੀਆਂ ਤਿੰਨੋਂ ਚੀਜ਼ਾਂ ਨੇ ਇਹਨਾਂ ਦੀ ਆਪਾਂ ਵਰਤੋਂ ਕਰਦੇ ਹਾਂ height measure ਕਰਨ ਲਈ
नेक्स्ट इज लुक एट द सीरीज, एक नंबर सीरीज है, इस तो अगला नंबर केड़ा होगा, सिंपली इस सीरीज दे विच 0.8 ऐड किया होया है, सो जो आप 3.9 विच 0.8 ऐड कर देंगे तो वो बन जू 4.7, सो सी इज द राइट आंसर। नेक्स्ट सिंपली उरे की आऊगा, सो ये एक प्रॉपर डायरेक्शन चल रही है, सो इस तो बाद इस तरह की डायरेक्शन वाली फिगर आऊगी, तो राइट आंसर है ऑप्शन डी। सचिन ने एक बॉल नू हिट किया नॉर्थ डायरेक्शन दे टुवर्ड्स, सो सचिन उरे खड़ा है, इन्हें नॉर्थ वाल एक बॉल नू हिट किया, ते जिहड़ा फील्डर सी वो ईस्ट डायरेक्शन विच खड़ा सी, ओह बॉल नू लैण दे लई जदों ने नॉर्थ वाल नू बॉल नू हिट किया तां ईस्ट वल्लों इधर नू जा रहा हुण बॉल नू लैण लई। तो उस तो बाद आपां ने दसना है कि किहड़ी डायरेक्शन दे विच जिहड़ा फील्डर है वो बॉल नू फड़न दे लई जा रहा है, सो जिहड़ा फील्डर सी वो ईस्ट डायरेक्शन विच खड़ा सी, सचिन ने बॉल नू नॉर्थ वाल हिट किया है, सो सचिन उरे खड़ा सी नॉर्थ वाल नू हिट किया है, सो हुण बॉल नू फड़न लई ईस्ट तो वैस्ट वाल नू जाऊगा फील्डर, सो राइट आंसर है ऑप्शन बी। बहुत ही सिंपल जिहा डायरेक्शन दा क्वेश्चन है, बस तुसी एक एक लाइन नू उसे तरह फॉलो करते जाना ते नाल ही फिगर क्रिएट करते जाना। नैक्सट है डेटा इंटरप्रिटेशन का क्वेश्चन, सो कोई भी एग्जाम होवे तुहानू उत्थे 5 या 10 नंबर का डेटा इंटरप्रिटेशन के 1 या 2 क्वेश्चन जरूर देखने को मिलते हैं। सो तुसी पाई चार्ट हो गया, बार ग्राफ हो गया, इस तरह के टैबुलर डेटा इंटरप्रिटेशन हो गए, अलग अलग तरह के टाइप्स हर तरह दी जरूर तैयार करके जानिया ने। सो इस टेबल दे विच मैं तुहानू एक चीज़ दसूंगी कि तुसी उत्थे मेन इस टेबल दे विच जिहड़ा विलेज दसी हुई है, टोटल चिल्ड्रन, उस तो बाद किन्नियां दे पोलियो ड्रॉप्स लग गईयां, एक होर चीज़ तुसी उत्थे फटाफट कैलकुलेट कर लेनी है, जिहदे नाल थोड़े सारे क्वेश्चंस के आंसर बहुत सिंपली सॉल्व हो जाएंगे। सो वो है कि किन्ने बच्चों दे पोलियो ड्रॉप्स उन्होंने नहीं दित्तियां गईयां, नंबर ऑफ चिल्ड्रन who were not given polio drop, सो वो आपां टोटल दे विचों जिन्नियां नू देतियां उन्हों माइनस करके कढ लांगे। सो विलेज ए दे विच जिन्हां नू पोलियो ड्रॉप्स नहीं मिलिया 62, विलेज बी 36, then 32, 32, 108। सो जो तुसी ये चीज़ कढ ली तो थोड़े बाकी क्वेश्चन जे तुसी गर्ल बॉय कढना होया सारिया चीज़ां थोड़े लिए बहुत ही ज़्यादा आसान हो जाणगियां। सो जिहड़ा 101st क्वेश्चन है इहदा राइट आंसर है ऑप्शन बी, 102nd दा डी, 103rd दा सी, 104th दा है बी 85 एंड 105th 200% ऑप्शन डी। नेक्स्ट इज 106th क्वेश्चन, सीपी एमपी इन्हां दी रेशियो दित्ती हुई है, फिर अगे इन्हां दे प्रॉफिट डिस्काउंट दी रेशियो है। सिंपल जा क्वेश्चन है, डिस्काउंट परसेंटेज करनी है, एदा सोल्यूशन गिवन है, ते राइट आंसर है ऑप्शन ए 16.66%। Next is Pankaj purchased an item for rupees 7500। पंकज ने 7500 ਦੀ ਇੱਕ ਚੀਜ਼ ਖਰੀਦੀ, ਉਹਨੂੰ 24% ਦੇ ਮੁਨਾਫੇ ਤੇ ਪ੍ਰੋਫਿਟ ਤੇ ਵੇਚਦਾ। ਸੋ cost price profit percent into profit percent, then divide by 100 into from that amount he purchased another। ਜਿਹੜਾ ਉਹਨੇ प्रॉफिट पूरा कमाया, ਉਹਨੇ ਇੱਕ प्रॉफिट ਦੇ ਉੱਤੇ ਚੀਜ਼ ਖਰੀਦੀ ਫਿਰ ਉਹਨੂੰ ਵੇਚਿਆ, ਉਸ ਪੈਸੇ ਤੋਂ ਉਹਨੇ ਇੱਕ ਹੋਰ ਚੀਜ਼ ਖਰੀਦੀ ਤੇ ਉਹਨੂੰ 20% ਦੇ ਘਾਟੇ ਉੱਤੇ ਵੇਚਿਆ। ਸੋ ਪੂਰੇ ਹੁਣ ਮਲਟੀਪਲਾਈ ਹੋ ਜਾਊਗਾ 20% ਦਾ ਜਦੋਂ ਆਪਾਂ ਘਾਟਾ ਕਰਾਂਗੇ ਤਾਂ 100 minus profit loss percent that would be 80 divide by 100। सो इनू सॉल्व करांगे तो आ गया 7440। सो ਇਹਦੇ ਵਿੱਚੋਂ ਪਹਿਲਾਂ ਉਹਦੇ ਕੋਲ ਕਿੰਨੇ ਦੀ ਚੀਜ਼ ਖਰੀਦੀ 7500, ਸੋ ਪ੍ਰੋਫਿਟ ਕਰਕੇ ਫਿਰ ਉਹਨੇ ਇੱਕ ਹੋਰ ਚੀਜ਼ ਪਰਚੇਸ ਕੀਤੀ, ਉਹਨੂੰ ਉਹਨੇ ਘਾਟੇ ਵਿੱਚ ਵੇਚਿਆ। ਸੋ ਹੁਣ ਉਹਦੇ ਕੋਲ ਜਿਹੜਾ ਡਿਫਰੈਂਸ ਆ ਗਿਆ ਉਹ ਆ ਗਿਆ 60 ਰੁਪਏ ਦਾ ਘਾਟਾ। ਸੋ ਪਹਿਲਾਂ 7500 ਦੀ, ਇਸ ਸਮੇਂ ਉਹਦੇ ਹੱਥ 'ਚ ਨੇ 7440 ਰੁਪਏ, ਸੋ ਕਿੰਨੇ ਦਾ ਘਾਟਾ ਹੋ ਗਿਆ 60 ਰੁਪਏ ਦਾ, 60 rupees। So right answer is option D, loss of rupees 60। So again ਤੁਸੀਂ ਉੱਥੇ ਕੀ ਕਰਨਾ ਹੈ 7500 into 124 multiply by 100 plus gain percent upon 100 multiply by loss percent upon 100। So ਜਿੰਨੀ ਅਮਾਉਂਟ ਆ ਗਈ ਉਹਨੂੰ ਜਿੰਨੇ ਦੀ ओरिजिनल पैसा सी हथ विच पंकज दे ਉਹ ਚੋਂ माइनस करके सिंपली ਕੱਢ ਲੈਣਾ है ਵੀ ਉਹਨੂੰ गेन होया या फिर लॉस होया ते किन्ने दा होया। नेक्स्ट इज इफ 378 कॉइन्स कंसिस्ट ऑफ टोटल 378 कॉइन ने
ਜਿਨ੍ਹਾਂ ਵਿੱਚੋਂ 1 ਰੁਪਏ ਦੇ ਨੇ, 50 ਪੈਸੇ ਦੇ ਨੇ, 25 ਪੈਸੇ ਨੇ, ਤੇ ਜੇ ਉਹਨਾਂ ਦੀ ਵੈਲਿਊਜ਼ ਆਪਾਂ ਦੇਖੀਏ ਤਾਂ ਉਹ ਨੇ 13:11:7 ਦੇ ਬਰਾਬਰ ਪ੍ਰੋਪੋਰਸ਼ਨਲ ਨੰਬਰ ਆਫ 50 ਪੈਸੇ ਕੋਇਨ ਕਿੰਨੇ ਹੋਣਗੇ। ਸੋ ਹੁਣ ਆਪਾਂ ਨੇ ਸਿੰਪਲੀ ਇਹਨੂੰ ਸੋਲਵ ਕਰਨਾ ਹੈ। 7x plus 22x plus 28x ਇਹ ਜਿਹੜੇ ਪ੍ਰੋਪੋਰਸ਼ਨਸ ਨੇ ਇਹਨਾਂ ਨੂੰ ਆਪਾਂ ਨੇ ਸੋਲਵ ਕੀਤਾ ਹੈ ਤੇ ਇਹ ਕਿਹਦੇ ਬਰਾਬਰ ਨੇ, ਇਹ ਨੇ 378 ਜੋ ਨੇ ਆਪਣੇ ਕੋਲ ਟੋਟਲ ਕੋਇਨ। ਜਦੋਂ ਆਪਾਂ x ਦੀ ਵੈਲਿਊ ਕੱਢਾਂਗੇ ਤਾਂ ਆਪਣੇ ਕੋਲ ਬਹੁਤ ਹੀ ਸਿੰਪਲੀ 50 ਪੈਸੇ ਕੋਇਨ ਕਿੰਨੇ ਨੇ ਉਹ ਨਿਕਲ ਆਊਗਾ। ਸੋ ਦ ਅਮਾਉਂਟ ਨੰਬਰ ਇਜ਼ 132 ਕੋਇਨ ਆਪਸ਼ਨ। ਨੈਕਸਟ ਇਜ਼ 2 ਨੰਬਰਸ, 2 ਨੰਬਰ ਨੇ 2:3 ਦੀ ਫਾਰਮ ਵਿੱਚ ਨੇ। ਜੇ ਆਪਾਂ 3 ਐਡ ਕਰ ਦਈਏ ਦੋਨਾਂ ਦੇ ਵਿੱਚ, ਸੋ 2x upon 3x, ਇਹਦੇ ਵਿੱਚ ਵੀ ਆਪਾਂ ਨੇ 3 ਐਡ ਕਰਤਾ, ਨੀਚੇ ਵਾਲੇ ਵਿੱਚ ਵੀ, ਤਾਂ ਉਹਨਾਂ ਦੀ ਰੇਸ਼ੋ ਬਣ ਜੂ 3/4। ਤਾਂ ਉਹ ਜਿਹੜੇ ਨੰਬਰਸ ਨੇ ਉਹਨਾਂ ਦਾ ਆਪਸ ਦੇ ਵਿੱਚ ਸਮ ਕੀ ਰਹੂਗਾ। ਸੋ x ਦੀ ਵੈਲਿਊ ਇਹਨੂੰ ਸੋਲਵ ਕਰਕੇ ਆ ਗਈ 3 ਤੇ ਨੰਬਰਸ ਆ ਗਏ 6 ਤੇ 9, ਇਹਨਾਂ ਨੂੰ ਸਮ ਆਊਗਾ 15। ਸੋ ਰਾਈਟ ਆਨਸਰ ਇਜ਼ ਆਪਸ਼ਨ ਬੀ। ਇੱਕ ਕਲਾਸ ਦੇ ਵਿੱਚ 60 ਸਟੂਡੈਂਟ ਨੇ, 40% ਸਟੂਡੈਂਟਸ ਰੀਜ਼ਨਿੰਗ ਵਿੱਚ ਪਾਸ ਹੋ ਗਏ, 5% ਸਟੂਡੈਂਟ ਨੇ ਕੁਆਂਟ ਤੇ ਰੀਜ਼ਨਿੰਗ ਦੋਨਾਂ ਵਿੱਚ ਫੇਲ ਹੋ ਗਏ, 20% ਸਟੂਡੈਂਟ ਦੋਨਾਂ ਸਬਜੈਕਟਾਂ 'ਚ ਪਾਸ ਹੋ ਗਏ। ਆਪਾਂ ਨੇ ਦੱਸਣਾ ਹੈ ਕਿ ਕੱਲੇ ਕੁਆਂਟ ਵਿੱਚ ਕਿੰਨੇ ਸਟੂਡੈਂਟ ਪਾਸ ਹੋਏ ਨੇ। ਸੋ ਇਹ ਇਹਦਾ ਸਿੰਪਲ ਜਿਹਾ ਸੋਲੂਸ਼ਨ ਹੈ, ਤੁਸੀਂ ਸਟੈਪ ਬਾय ਸਟੈਪ ਫੋਲੋ ਕਰ ਸਕਦੇ ਹੋ ਤੇ ਰਾਈਟ ਆਨਸਰ ਹੈ ਆਪਸ਼ਨ A 33। ਸੋ A B C ਪਾਰਟਨਰਸ਼ਿਪ ਵਿੱਚ ਆਏ, ਰੇਸ਼ੋ 3/2, ਰੇਸ਼ੋ 4/3, ਰੇਸ਼ੋ 6/5। ਜਦੋਂ ਇਹ ਇਨੀਸ਼ੀਅਲ ਇਨਵੈਸਟਮੈਂਟ ਦੀ ਕੰਪਲੈਕਸ ਰੇਸ਼ੋ ਨੂੰ ਆਪਾਂ ਸੋਲਵ ਕਰਾਂਗੇ ਤਾਂ ਉਹ ਬਣ ਜੂ 105:40:36। ਸੋ ਇਹਨੂੰ ਜਦੋਂ ਆਪਾਂ ਨੇ 4 ਮਹੀਨੇ ਬਾਅਦ A ਦੀ ਜਿਹੜੀ ਸ਼ੇਅਰ ਸੀ ਉਹ ਵੱਧ ਗਿਆ, 50% ਇਨਕਰੀਜ਼ ਹੋ ਗਿਆ। ਜੇ ਟੋਟਲ ਪ੍ਰੋਫਿਟ ਸਾਲ ਤੋਂ ਬਾਅਦ 21,600 ਹੈ ਤਾਂ ਉਹਦੇ ਵਿੱਚ B ਦਾ ਕਿੰਨਾ ਸ਼ੇਅਰ ਹੋਊਗਾ। ਸੋ ਸਿੰਪਲੀ ਜਿਹੜੀ ਆਪਣੇ ਕੋਲ ਰੇਸ਼ੋ ਤਾਂ ਆ ਗਈ, ਹੁਣ ਆਪਾਂ ਜਿਹੜੀ ਸਟੇਟਮੈਂਟ ਤਿਆਰ ਕਰਨੀ ਹੈ A ਰੇਸ਼ੋ B ਰੇਸ਼ੋ C ਦੀ, ਉਹ ਰਹੂਗੀ 105x ਗੁਣਾ 4 ਪਲੱਸ ਜਿੰਨਾ ਇਨਕਰੀਜ਼ ਹੋਇਆ 4 ਮਹੀਨੇ ਬਾਅਦ 150% ਗੁਣਾ 105x ਗੁਣਾ 8। 8 ਮਹੀਨੇ 4 ਮਹੀਨੇ ਤਾਂ ਉਨੀ ਰਹੀ ਜਿੰਨਾ ਸ਼ੇਅਰ ਸੀ, 8 ਮਹੀਨੇ ਵੱਧ ਕੇ ਆਈ ਉਹਦੀ ਸ਼ੇਅਰ, ਉਹਦੀ ਇਨਵੈਸਟਮੈਂਟ। ਸੋ ਰੇਸ਼ੋ 40x B ਦੀ into 12 ਪੂਰੇ ਸਾਲ ਦੀ, ਰੇਸ਼ੋ C ਦੀ 36x into 12 is equal to ਸੋਲਵ ਕਰਕੇ 35:10:9 ਤੇ ਇਹਦੇ ਵਿੱਚੋਂ B ਦੀ ਹੈ 21,600 ਗੁਣਾ 10, ਇਹਨਾਂ ਦਾ ਟੋਟਲ ਹੈ 54 54। ਸੋ ਉਹ ਆਊਗਾ 4000। ਨੈਕਸਟ ਹੈ A ਦੀ ਸੈਲਰੀ B ਦੀ ਸੈਲਰੀ ਤੋਂ 30% ਜ਼ਿਆਦਾ। ਮੰਨ ਲਓ B ਦੀ ਸੈਲਰੀ ਹੈ 100 ਤਾਂ A ਦੀ ਕਿੰਨੀ ਹੋਗੀ 130। ਹੁਣ ਕੁਐਸਚਨ ਹੈ ਕਿ B ਦੀ ਸੈਲਰੀ A ਨਾਲੋਂ ਕਿੰਨੇ ਪਰਸੈਂਟ ਘੱਟ ਹੈ। ਸੋ ਡਿਫਰੈਂਸ ਕਿਹਦਾ 30 ਡਿਵਾਈਡ ਬਾय 130 into 100। ਸੋ ਆਨਸਰ ਇਜ਼ ਆਪਸ਼ਨ C। ਨੈਕਸਟ ਇਜ਼ ਲਖਨਊ ਬਾਉਂਡ ਸ਼ਤਾਬਦੀ ਐਕਸਪ੍ਰੈਸ 500 ਸੀਟਾਂ ਦੀ ਕਪੈਸਿਟੀ ਹੈ, ਜਿਹਦੇ ਵਿੱਚੋਂ 10% ਐਗਜ਼ੈਕਟਿਵ ਕਲਾਸ ਦੀਆਂ ਨੇ, ਬਾਕੀ ਰੈਸਟ ਸ਼ੇਅਰ ਕਾਰਸ ਨੇ। ਜਰਨੀ ਦੇ ਦੌਰਾਨ ਜਿਹੜੀ ਟ੍ਰੇਨ ਹੈ ਉਹ 85% ਤੱਕ ਦੀ ਕਪੈਸਿਟੀ, ਮਤਲਬ 85% ਤੱਕ ਜਿਹੜੀ ਕੁਰਸੀਆਂ ਸੀ ਬੁੱਕ ਸੀ, ਤੇ ਉਹਦੇ ਵਿੱਚੋਂ 85 ਚੋਂ 96% ਐਗਜ਼ੈਕਟਿਵ ਕਲਾਸ ਬੁੱਕ ਸੀ ਆਪਣੀ ਕਪੈਸਿਟੀ ਦੇ ਅਨੁਸਾਰ। ਆਪਾਂ ਨੇ ਦੱਸਣਾ ਹੈ ਕਿੰਨੀਆਂ ਚੇਅਰ ਕਾਰ ਸੀਟਸ ਖਾਲੀ ਸੀ ਇਸ ਪੂਰੀ ਜਰਨੀ ਦੇ ਦੌਰਾਨ। ਸੋ ਇਹ ਸੋਲੂਸ਼ਨ ਹੈ, ਸਟੈਪ ਬਾय ਸਟੈਪ ਤੁਸੀਂ ਦੇਖ ਸਕਦੇ ਹੋ। ਵੈਰੀ ਸਿੰਪਲੀ ਐਕਸਪਲੇਨ ਐਂਡ ਰਾਈਟ ਆਨਸਰ ਇਜ਼ ਆਪਸ਼ਨ B 73। ਨੈਕਸਟ ਇਜ਼ ਇੱਕ ਪਪਾਇਆ ਟਰੀ ਹੈ ਜਿਹਨੂੰ 2 ਸਾਲ ਪਹਿਲਾਂ ਲਗਾਇਆ ਸੀ, ਉਹਦਾ ਹਰ ਸਾਲ ਜਿਹੜਾ ਰੇਟ ਹੈ ਉਹ 20% ਵੱਧ ਜਾਂਦਾ ਹੈ। If at present the tree height of the tree is 540, ਜੇ presently ਉਹਦੀ ਜਿਹੜੀ ਹਾਈਟ ਹੈ 540 ਸੈਂਟੀਮੀਟਰ ਹੈ, ਤਾਂ ਜਦੋਂ ਉਹ ਲਗਾਇਆ ਗਿਆ ਸੀ 2 ਸਾਲ ਪਹਿਲਾਂ ਉਦੋਂ ਉਹਦੀ ਹਾਈਟ ਕਿੰਨੀ ਸੀ। ਸੋ ਮੰਨ ਲਓ ਹਾਈਟ 2 ਸਾਲ ਪਹਿਲਾਂ ਸੀ h, ਸੋ ਅੱਜ ਉਹਦੀ ਹੈਗੀ ਹੈ h ਗੁਣਾ 120% ਗੁਣਾ 120%, 2 ਸਾਲ ਇਨਕਰੀਜ਼, ਕਿਉਂਕਿ ਉਰੇ ਕੀ ਲਿਖਿਆ ਹਰ ਸਾਲ 20% ਇਨਕਰੀਜ਼ ਹੁੰਦੀ ਹੈ। ਸੋ 100 ਪਲੱਸ ਇਨਕਰੀਜ਼ ਪਰਸੈਂਟ, ਸੋ 120% into 120%, ਕਿਉਂਕਿ 2 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ ਤਾਂ ਇਹ ਆ ਗਿਆ ਕਿਹਦੇ ਬਰਾਬਰ ਹੈ 540 ਸੈਂਟੀਮੀਟਰ ਪ੍ਰੈਜ਼ੈਂਟ। ਸੋ ਜਦੋਂ ਆਪਾਂ ਸੋਲਵ ਕਰਾਂਗੇ ਤਾਂ h ਦੀ ਵੈਲਿਊ ਆ ਜੂ 375 ਸੈਂਟੀਮੀਟਰ। ਜਿਵੇਂ ਆਪਾਂ
एज वाले क्वेश्चन करते होंगे प्रेजेंट एज ऑफ फादर सन डॉटर सेम उसी तरह का क्वेश्चन है बस उरे हाइट पूछी हुई है सो तुसी देख के डरना नहीं है बहुत ही सिंपली ये सारे क्वेश्चन सॉल्व हो जाते हैं जस्ट बी काम एंड रीड लाइन वाइज लाइन फ्रेश फ्रूट contains 68% water and dry fruit ਦੇ ਵਿੱਚ ਹੈ 20% water so mixture proportion ਦਾ question ਹੈ how much dry fruit ਕਿੰਨਾ dry fruit 100 ਕਿਲੋ fresh fruit ਚੋਂ obtain ਕਰ ਸਕਦੇ ਹਾਂ ਸੋ ਇਹਦਾ solution ਦਿੱਤਾ ਹੋਇਆ ਤੇ ਇਹਦਾ right answer ਹੈ option C next question the solution is given here and the right answer is option B 8:9:7 ਸੋ ਇਹ ਹੈ ਕੁਐਸਚਨ A B C ਨੇ 4200 ਰੁਪਇਆ ਆਪਣੇ ਵਿੱਚ ਇਸ ਰੇਸ਼ੋ ਦੇ ਵਿੱਚ ਵੰਡਿਆ ਜੇ ਉਹਨਾਂ ਦੇ ਸ਼ੇਅਰ ਦੇ ਵਿੱਚ 200 ਆਪਾਂ ਐਡ ਕਰ ਦਈਏ ਪਹਿਲਾਂ ਉਹਨਾਂ ਦਾ ਆਪਾਂ ਇੰਡੀਵਿਜੂਅਲ ਸ਼ੇਅਰ ਕੱਢ ਲਾਂਗੇ ਉਹ ਚ ਆਪਾਂ 200 ਐਡ ਕਰ ਦਾਂਗੇ ਸਿੰਪਲੀ ਨਵੀਂ ਰੇਸ਼ੋ ਆਜੂ 8:9:7 ਸੋ ਆਪਸ਼ਨ B ਇਹਦਾ ਰਾਈਟ ਆਨਸਰ ਹੈ ਸੋ ਨੈਕਸਟ ਇਜ਼ ਅ ਵੈਰੀ ਸਿੰਪਲ ਸਿੰਪਲੀਫਿਕੇਸ਼ਨ ਬੇਸਡ ਕੁਐਸਚਨ 42% ਦਾ ਮਤਲਬ ਆਪਾਂ ਨੀਚੇ 100 ਲਿਖ ਸਕਦੇ ਹਾਂ सो उरे गुणा उरे x मान लो जिहड़ा क्वेश्चन मार्क है ऑफ दा मतलब है मल्टीप्लाई प्लस 18 डिवाइड बाय 100 इनटू 400 इज इक्वल टू 219 सो जदों तुसी इस स्टेटमेंट नू सॉल्व करोगे तो x की वैल्यू आ जाएगी जेडी क्वेश्चन मार्क की वैल्यू होगी 350 ऑप्शन सी नेक्स्ट है 95 20 21 ਦੇ ਨਾਲ ਰਿਲੇਟਡ है ਉਸੇ ਤਰ੍ਹਾਂ 88 54 ਦੇ ਨਾਲ ਕਿਹੜਾ ਇਹਨਾਂ ਦੇ ਵਿੱਚੋਂ ਰਿਲੇਟਡ ਹੋ ਸੋ ਇਹ ਜਿਹੜਾ ਪ੍ਰੋਬਲਮ ਹੈ ਇਹ ਸਿੰਪਲੀ ਇੱਕ ਸੀਕੁਐਂਸ਼ੀਅਲ ਰਿਲੇਸ਼ਨਸ਼ਿਪ ਹੈ ਜਦੋਂ ਵੀ ਆਪਾਂ ਨੰਬਰ ਕਾਊਂਟ ਕਰਦੇ ਆ ਤਾਂ 95 20 ਤੋਂ ਬਾਅਦ 95 21 ਆਉਂਦਾ ਉਸੇ ਤਰ੍ਹਾਂ 88 54 ਤੋਂ ਬਾਅਦ ਆਊਗਾ 88 55 ਸੋ ਇਹ ਸਿੱਧਾ ਜਿਹਾ ਰਿਲੇਸ਼ਨ ਕ੍ਰੀਏਟ ਕੀਤਾ ਹੋਇਆ ਹੈ ਐਂਡ ਦਿਸ ਇਜ਼ ਦ ਰਾਈਟ ਆਨਸਰ ਆਪਸ਼ਨ ਬੀ ਨੈਕਸਟ ਇਜ਼ 119 ਕੁਐਸਚਨ ਇੱਕ ਫੈਮਿਲੀ ਟਰੀ ਹੈ ਉਰੋਂ ਤੋਂ ਸਟਾਰਟ ਹੁੰਦਾ ਸੋ ਇਹਦੇ ਵਿੱਚ ਚੌਥੀ ਜਨਰੇਸ਼ਨ ਚ ਕੌਣ ਆਉਂਦਾ ਸੋ ਪਹਿਲੀ ਤੇ ਵਿੱਚ ਆ ਗਏ G ਤੇ A ਦੂਜੀ ਚ L ਤੇ D ਤੀਜੀ ਚ ਆ ਗਏ ਇਹ ਉਹਨਾਂ ਦੇ ਅੱਗੇ ਬੱਚੇ ਸੋ ਉਰੇ ਚੌਥੀ ਜਨਰੇਸ਼ਨ ਚ ਆ ਰਿਹਾ ਹੈ E ਸੋ ਰਾਈਟ ਆਨਸਰ ਹੈ ਆਪਸ਼ਨ B ਤੇ ਲਾਸਟ ਕੁਐਸਚਨ ਹੈ ਮੌਕ ਟੈਸਟ ਦਾ ਕਿਸੇ ਕੋਡ ਵਿੱਚ APQR ਨੂੰ 52 ਲਿਖਿਆ ਹੋਇਆ RZXB ਨੂੰ ਕਿਵੇਂ ਕੋਡ ਕਰਾਂਗੇ ਸੋ ਇਹਦੇ ਵਿੱਚ ਸਿੰਪਲੀ ਕੁਝ ਨਹੀਂ ਕੀਤਾ ਜਿਹੜੇ ਇਹ ਅਲਫਾਬੈਟਸ ਨੇ ਜਿਵੇਂ ਇਹ 1 ਤੋਂ 26 ਤੱਕ ਅਲਫਾਬੈਟ ਆਰਡਰ ਦੇ ਵਿੱਚ ਆਉਂਦੇ ਨੇ ਉਸੇ ਤਰ੍ਹਾਂ ਇਹਨਾਂ ਨੂੰ ਆਪਸ ਦੇ ਵਿੱਚ ਜੋੜਿਆ ਗਿਆ ਜਿਵੇਂ ਜੇ ਆਪਾਂ 1 ਤੋਂ 26 ਤਰਤੀਬ ਬਾਰ ਲਗਾਈਏ ਤਾਂ A ਆਉਂਦਾ ਨੰਬਰ 1 ਤੇ P ਆਉਂਦਾ 16ਵੇਂ ਨੰਬਰ ਤੇ Q ਆਉਂਦਾ 17ਵੇਂ ਤੇ R ਆਉਂਦਾ 18ਵੇਂ ਇਹਨਾਂ ਦਾ ਆਪਸ ਦੇ ਵਿੱਚ ਜੋੜ ਹੈ 52 ਉਸੇ ਤਰ੍ਹਾਂ R ਆਉਂਦਾ 18ਵੇਂ ਚ Z ਆਉਂਦਾ 26 X 24 ਤੇ B ਆਉਂਦਾ ਦੂਜੇ ਤੇ ਇਹਨਾਂ ਨੂੰ ਆਪਸ ਜੋੜਾਂਗੇ ਤਾਂ ਇਹਦਾ ਟੋਟਲ ਬਣੂਗਾ ਆਪਸ਼ਨ B 70 So this was all about today's solution on free mock test. I hope you liked the mock test and also ਤੁਸੀਂ ਤੁਹਾਡੇ ਜਿੰਨੇ ਵੀ ਸਹੀ after negative marking ਮਾਰਕਸ ਬਣ ਰਹੇ ਨੇ ਉਹਨਾਂ ਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਸੋ ਦੈਟ ਇੱਕ ਆਈਡੀਆ ਹੋ ਜਾਵੇ ਕਿ ਸਟੂਡੈਂਟਸ ਦੀ ਇਸ ਪੁਆਇੰਟ ਆਫ ਟਾਈਮ ਤੇ ਕਿੰਨੀ ਤਿਆਰੀ ਹੈ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਇਹ ਵੀ ਜ਼ਰੂਰ ਦੱਸਣਾ ਹੈ ਕਿ ਇਸ ਟੈਸਟ ਦੇ ਵਿੱਚੋਂ ਤੁਹਾਨੂੰ ਜੀਐਸ ਪੋਰਸ਼ਨ ਦੇ ਵਿੱਚੋਂ ਮੇਨ ਕਿਹੜੇ ਟੌਪਿਕਸ ਤੇ ਕੁਐਸਚਨ ਅਟੈਂਪਟ ਕਰਨ ਦੇ ਵਿੱਚ ਦਿੱਕਤ ਆਈ ਹੈ ਸੋ ਦੈਟ ਮੈਂ ਉਹ ਜਿਹੜੇ ਟੌਪਿਕਸ ਨੇ ਉਹਨਾਂ ਨੂੰ ਪ੍ਰਾਇੋਰਟੀ ਬੇਸਿਸ ਦੇ ਉੱਤੇ ਇਸ ਚੈਨਲ ਦੇ ਥਰੂ ਤੁਹਾਨੂੰ ਕਰਵਾ ਸਕਾਂ ਇੱਕ ਰਿਵੀਜ਼ਨ ਦੇ ਤੌਰ ਤੇ ਚਾਹੇ ਕਰਵਾਵਾਂ ਬਟ ਮੈਂ ਟਰਾਈ ਕਰੂੰਗੀ ਕਿ ਉਹ ਜਿਹੜੇ ਤੁਹਾਨੂੰ ਮੇਨ ਸਬਜੈਕਟ ਵਿੱਚ ਦਿੱਕਤ ਆ ਰਹੀ ਹੈ ਉਹਨਾਂ ਦੀ ਰਿਵੀਜ਼ਨ ਆਪਾਂ ਇੱਕ ਵਾਰੀ ਜ਼ਰੂਰ ਕਰ ਸਕੀਏ ਸੋ ਦਿਸ ਵਾਸ ਆਲ ਅਬਾਊਟ ਟੁਡੇਜ਼ ਲੈਕਚਰ ਥੈਂਕ ਯੂ ਐਂਡ ਗੁੱਡ ਲੱਕ